सत श्री अकाल जी। आप सब जी का स्वागत है ਤੁਹਾਡੇ ਆਪਣੇ YouTube ਚੈਨਲ ਪੋਜ਼ਿਟਿਵ ਵਾਈ ਪੰਜਾਬ ਦੇ ਉੱਤੇ। ਅੱਜ ਜਿਹੜੀ ਤੁਹਾਡੇ ਸਾਹਮਣੇ ਆਪਾਂ ਵੀਡੀਓ ਲੈ ਕੇ ਆਏ ਆ ਰਾਜੇ, ਇਹ ਹੈਗੀ ਆ ਔਨ ਡਿਮਾਂਡ। ਠੀਕ ਹੈ ਜੀ। ਤੇ ਸਟੂਡੈਂਟ ਦੀ ਕਾਫੀ ਕੁਐਰੀਜ਼ ਆ ਰਹੀਆਂ ਸੀਗੀਆਂ ਕਿ ਸਰ ਨੈਟਵਰਕ ਡਿਵਾਈਸਿਸ ਦੇ ਵਿੱਚ ਬਹੁਤ ਕਨਫਿਊਜ਼ਨ ਹੁੰਦੀ ਹੈ ਵੀ ਕਿਹੜੀ ਡਿਵਾਈਸ ਡਿਫਰੈਂਟ ਪ੍ਰੋਟੋਕੋਲ ਨੂੰ ਜੋੜਦੀ ਹੈ, ਕਿਹੜੀ ਸੇਮ ਪ੍ਰੋਟੋਕੋਲ ਨੂੰ ਜੋੜਦੀ ਹੈ, ਜਾਂ ਸਵਿਚ ਕੀ ਹੁੰਦਾ ਜਾਂ RJ45 ਕੀ ਹੁੰਦਾ, ਐਟਸੈਟਰਾ ਐਟਸੈਟਰਾ। ਠੀਕ ਹੈ। ਤੇ ਇਹਦੇ ਵਿੱਚੋਂ ਕੁਐਸਚਨ ਆਇਆ ਵੀ ਸੀਗਾ ਆਪਣਾ ਜਿਹੜਾ ਪਿੱਛੇ ਜੇ ਜੇਲ੍ਹ ਸੁਪਰੀਡੈਂਟ ਦਾ ਐਗਜ਼ਾਮ ਹੋਇਆ, ਤੇ ਆਪਾਂ ਅੱਜ ਸਾਰਾ ਕੁਝ ਪੜਾਂਗੇ, ਜਿੰਨੀਆਂ ਵੀ ਨੈਟਵਰਕ ਡਿਵਾਈਸਿਸ ਹੈਗੀਆਂ ਨੇ ਸਾਰਿਆਂ ਨੂੰ ਡਿਟੇਲ ਦੇ ਵਿੱਚ ਪੜਾਂਗੇ। ਠੀਕ ਹੈ ਜੀ। ਤਾਂ ਇੱਕ ਕੋਸ਼ਿਸ਼ ਕੀਤੀ ਹੈ, ਦੇਖੋ ਤੁਹਾਡੇ ਸਾਹਮਣੇ ਜੋ ਵੀਡੀਓ ਮੈਂ ਲੈ ਕੇ ਆਉਣਾ ਹੁੰਦਾ, ਜੋ ਤੁਹਾਡੀਆਂ ਪ੍ਰੋਬਲਮਸ ਹੁੰਦੀਆਂ ਨੇ ਰਾਜੇ, ਕੋਸ਼ਿਸ਼ ਕੀਤੀ ਜਾਂਦੀ ਹੈ ਕਿ ਉਹਨਾਂ ਨੂੰ ਸੋਲਵ ਕੀਤਾ ਜਾਵੇ। ਤਾਂ ਇਦਾਂ ਹੀ ਤੁਸੀਂ ਮੈਨੂੰ ਪ੍ਰੋਬਲਮਾਂ ਦੱਸਦੇ ਰਹੋ ਤੇ ਆਪਾਂ ਇੱਥੇ ਕੀ ਕਰਦੇ ਰਹੀਏ, ਤੁਹਾਡੀਆਂ ਕੁਐਰੀਜ਼ ਨੂੰ ਸੋਲਵ ਕਰਦੇ ਰਹੀਏ। ਬਾਬਾ ਮਿਹਰ ਕਰੇ ਤੇ ਜਲਦੀ ਤੋਂ ਜਲਦੀ ਤੁਸੀਂ ਸਾਰੇ ਕੀ ਲੱਗ ਜਾਓ, ਆਪਣੀ ਡ੍ਰੀਮ ਜੌਬ ਲੱਗ ਜਾਓ। ਚਲੋ ਜੀ ਸਟਾਰਟ ਕਰਦੇ ਹਾਂ। ਬਸ ਕਰਨਾ ਕੀ ਹੈ, ਤੁਸੀਂ ਵੀਡੀਓ ਨੂੰ ਐਂਡ ਤੱਕ ਦੇਖਣਾ, ਸਕਿਪ ਨਹੀਂ ਕਰਨਾ। ਤੇ ਜੇ ਵੀਡੀਓ ਵਧੀਆ ਲੱਗੂਗੀ ਤਾਂ ਲਾਈਕ ਕਰ ਦਿਓ, ਤਾਂ ਨਹੀਂ ਭਾਈ ਡਿਸਲਾਈਕ ਦਾ ਬਟਨ ਤਾਂ ਚੱਲਦਾ ਹੀ ਹੈ, ਜੋ ਮਰਜ਼ੀ ਕਰ ਸਕਦੇ ਹੋ, ਤੁਹਾਡੇ ਹੱਥ ਦੇ ਵਿੱਚ ਹੈ। ਚਲੋ ਸਟਾਰਟ ਕਰਦੇ ਹਾਂ ਬੇਟਾ, ਟਾਈਮ ਨਾ ਵੇਸਟ ਕਰਦੇ ਹੋਏ। ਨੈਟਵਰਕ ਡਿਵਾਈਸਿਸ, ਦੇਖੋ ਨਾਮ ਤੋਂ ਹੀ ਕਲੀਅਰ ਹੋ ਰਿਹਾ ਬੇਟਾ, ਨਾਮ ਤੋਂ ਕੀ ਕਹਿ ਦਿੰਦੇ ਆ, ਨੈਟਵਰਕ ਡਿਵਾਈਸਿਸ। ਉਹ ਡਿਵਾਈਸਿਸ ਜਿਹੜੀਆਂ ਕਿ ਨੈਟਵਰਕ ਦੇ ਵਿੱਚ ਵਰਤੀਆਂ ਜਾਂਦੀਆਂ। ਹੁਣ ਜਿਹਨੂੰ ਇਹ ਨਹੀਂ ਪਤਾ ਵੀ ਨੈਟਵਰਕ ਕੀ ਹੁੰਦਾ ਰਾਜੇ, ਉਹ ਜਾ ਕੇ ਮੇਰੀ ਪਲੇਲਿਸਟ ਵਾਲੀ ਵੀਡੀਓ ਦੇਖ ਲਿਓ, ਜਿਹਦੇ ਵਿੱਚ ਮੈਂ ਕੰਪਿਊਟਰ ਨੈਟਵਰਕ ਕਰਵਾ ਰੱਖਿਆ। ਥੋੜ੍ਹਾ ਜਿਹਾ ਦੱਸ ਦਿੰਦਾ, ਮੰਨ ਲਓ ਕੀ ਹੈ, ਦੋ ਜਾਂ ਦੋ ਤੋਂ ਵੱਧ ਕੰਪਿਊਟਰ, ਦੋ ਕੰਪਿਊਟਰ ਘੱਟੋ ਘੱਟ ਚਾਹੀਦੇ ਹੈ। ਜੇ ਉਹ ਮੰਨ ਲਓ ਆਪਸ ਵਿੱਚ ਕਨੈਕਟ ਹੋ ਗਏ ਤਾਂ ਨੈਟਵਰਕ ਬਣ ਜਾਊਗਾ, ਜਾਂ ਦੋ ਤੋਂ ਵੱਧ ਹੈਗੇ ਹੈ ਤਾਂ ਉਹ ਕੀ ਨੇ, ਕਨੈਕਟਡ ਨੇ, ਚਾਹੇ ਉਹ ਵਾਇਰਡ ਦੇ ਨਾਲ ਕਨੈਕਟਡ ਨੇ, ਚਾਹੇ ਉਹ ਵਾਇਰਲੈਸ ਨੇ, ਉਹ ਕੀ ਬਣ ਜਾਣਗੇ, ਨੈਟਵਰਕ ਬਣ ਜਾਊਗਾ। ਤੇ ਨੈਟਵਰਕ ਦੇ ਵਿੱਚ ਜਿਹੜੀਆਂ ਡਿਵਾਈਸਿਸ ਵਰਤੀਆਂ ਜਾਂਦੀਆਂ ਉਹਨਾਂ ਨੂੰ ਕੀ ਕਿਹਾ ਜਾਂਦਾ ਰਾਜੇ, ਨੈਟਵਰਕ ਡਿਵਾਈਸਿਸ ਕਿਹਾ ਜਾਂਦਾ। ਚਲੋ ਪੜ੍ਹਦੇ ਹਾਂ ਆਪਾਂ ਕਿਹੜੀਆਂ ਕਿਹੜੀਆਂ ਡਿਵਾਈਸਿਸ ਨੇ। ਡਿਵਾਈਸਿਸ ਪੜ੍ਹਨ ਤੋਂ ਪਹਿਲਾਂ ਰਾਜੇ ਇੱਕ ਚੀਜ਼ ਹੁੰਦੀ ਹੈ, ਮੈਂ ਤੁਹਾਨੂੰ ਕਰਵਾਇਆ ਹੋਇਆ OSI ਮਾਡਲ ਕਰਵਾਇਆ। ਠੀਕ ਹੈ, OSI ਮਾਡਲ ਕਰਵਾਇਆ ਹੋਇਆ ਇੱਕ, ਤੇ ਇੱਕ TCP/IP ਮਾਡਲ ਕਰਵਾਇਆ। ਇਹ ਦੋਨੇ ਮਾਡਲ ਪੜ੍ਹਨੇ ਬਹੁਤ ਜ਼ਰੂਰੀ ਹੈ, ਚਾਹੇ ਤੁਸੀਂ ਪੰਜਾਬ ਦਾ ਕੋਈ ਵੀ ਐਗਜ਼ਾਮ ਦੇਣ ਜਾ ਰਹੇ ਹੋ, ਚਾਹੇ ਪਟਵਾਰੀ ਹੈ, ਚਾਹੇ ਤੁਸੀਂ ਕੀ ਦੇਣ ਜਾ ਰਹੇ ਹੋ, ਕੋਆਪਰੇਟਿਵ ਇੰਸਪੈਕਟਰ ਦਾ ਜਾਂ ਕੋਆਪਰੇਟਿਵ ਬੈਂਕ ਦਾ ਐਗਜ਼ਾਮ ਦੇਣ ਜਾ ਰਹੇ ਹੋ, ਜਾਂ ਫਿਰ ਐਕਸਾਈਜ਼ ਇੰਸਪੈਕਟਰ ਦਾ ਦੇਣ ਜਾ ਰਹੇ ਹੋ। ਠੀਕ ਹੈ, ਇਹ ਬਾਅਦ ਦੇ ਵਿੱਚ ਦੱਸੂਗਾ ਵੀ ਇਹਦੀ ਅਹਿਮੀਅਤ ਕੀ ਹੈ ਨੈਟਵਰਕ ਡਿਵਾਈਸਿਸ ਦੇ ਵਿੱਚ। ਪਹਿਲਾਂ ਆਪਾਂ ਸਟਾਰਟ ਕਰਦੇ ਹਾਂ। ਹੁਣ ਦੇਖੋ ਨੈਟਵਰਕ ਡਿਵਾਈਸਿਸ ਤੁਹਾਨੂੰ ਮੈਂ ਦੱਸਤੀਆਂ, ਉਹ ਹਾਰਡਵੇਅਰ ਡਿਵਾਈਸਿਸ ਹੈ ਜਿਹੜੀਆਂ ਕੀ ਕਰਦੀਆਂ ਨੇ ਰਾਜੇ, ਯੂਜ਼ ਟੂ ਕਨੈਕਟ ਕੰਪਿਊਟਰ, ਪ੍ਰਿੰਟਰ, ਫੈਕਸ ਮਸ਼ੀਨ, ਜਾਂ ਕੋਈ ਵੀ ਇਲੈਕਟ੍ਰੋਨਿਕ ਡਿਵਾਈਸ ਹੈਗੀ ਆ ਉਹਨੂੰ ਨੈਟਵਰਕ ਦੇ ਵਿੱਚ ਜੋੜਨ ਵਾਸਤੇ। ਠੀਕ ਹੈ, ਇਹ ਜ਼ਰੂਰੀ ਨਹੀਂ ਹੈਗੀਆਂ ਕਿ ਇਕੱਲੀ ਕੰਪਿਊਟਰ ਨੂੰ ਜੋੜਨਗੀਆਂ। ਮੰਨ ਲਓ ਕੀ ਹੈ ਵੀ ਆ, ਮੰਨ ਲਓ 3-4 ਕੰਪਿਊਟਰ ਨੇ, 3-4 ਕੰਪਿਊਟਰਾਂ ਨੇ ਕੀ ਕਰਨਾ ਮਿਲ ਕੇ, ਮੰਨ ਲਓ 1 ਨੰਬਰ ਕੰਪਿਊਟਰ ਹੈ, 2 ਨੰਬਰ ਹੈ, 3 ਨੰਬਰ, ਇਹਨਾਂ ਨੇ ਸਾਰਿਆਂ ਨੇ ਮਿਲ ਕੇ ਕੀ ਕਰਨਾ, ਇੱਕ ਕਾਮਨ ਪ੍ਰਿੰਟਰ ਸ਼ੇਅਰ ਕਰਨਾ ਹੈ। ਮਤਲਬ ਕਿ ਮੇਰੇ ਕੋਲ ਕੀ ਹੈ, ਮੇਰਾ ਬਿਜ਼ਨਸ ਛੋਟਾ ਹੈ ਹਜੇ, ਮੈਂ ਆਪਣਾ ਬਿਜ਼ਨਸ ਸਟਾਰਟ ਕੀਤਾ, ਮੈਂ ਕੀ ਇੰਨੇ ਪ੍ਰਿੰਟਰ ਨਹੀਂ ਲੈ ਸਕਦਾ, ਤਾਂ ਮੈਂ ਇੱਕ ਪ੍ਰਿੰਟਰ ਤੋਂ ਕੰਮ ਚਲਾਉਣਾ, ਤਾਂ ਮੈਂ ਕੀ ਕਰੂੰਗਾ, ਸਾਰੇ ਪ੍ਰਿੰਟਰਾਂ ਨੂੰ ਕੀ ਕਰੂੰਗਾ, ਜੋੜ ਲੂੰਗਾ। ਉਹਦੇ ਵਾਸਤੇ ਵੀ ਵਰਤੀਆਂ ਜਾ ਸਕਦੀਆਂ ਤੁਹਾਡੀਆਂ ਨੈਟਵਰਕ ਡਿਵਾਈਸਿਸ। ਹੁਣ ਹੁੰਦੀਆਂ ਕਿਹੜੀਆਂ ਕਿਹੜੀਆਂ, ਆਪਾਂ ਪੇਪਰ ਦੇ ਹਿਸਾਬ ਦੇ ਨਾਲ ਪੜ੍ਹਦੇ ਹਾਂ। ਜਿਵੇਂ ਹੱਬ ਹੋ ਗਈ, ਮੋਡਮ ਹੋ ਗਿਆ, ਬ੍ਰਿਜ ਹੋ ਗਿਆ, ਗੇਟਵੇ, ਸਵਿਚ ਤੇ ਰਾਊਟਰ, ਇਹ ਜ਼ਿਆਦਾ ਪੁੱਛੀਆਂ ਜਾਂਦੀਆਂ। ਤੇ ਇਹ ਡਿਵਾਈਸਿਸ ਇੰਟਰ ਨੈਟਵਰਕ ਦੇ ਵਿੱਚ ਵੀ ਵਰਤੀਆਂ ਜਾਂਦੀਆਂ ਤੇ ਇੰਟਰਾ ਨੈਟਵਰਕ ਦੇ ਵਿੱਚ ਵੀ ਵਰਤੀਆਂ ਜਾਂਦੀਆਂ। ਇੰਟਰ ਨੈਟਵਰਕ ਹੁੰਦਾ ਵੀ ਮੰਨ ਲਓ ਮੇਰਾ ਆਪਦਾ ਨੈਟਵਰਕ ਹੈ ਇੱਕ ਕਮਰੇ ਦਾ, ਐਂ ਕਹਿ ਲਓ ਵੀ ਇੱਕ ਕਮਰੇ ਦੇ ਵਿੱਚ ਮੈਂ ਕੀ ਕੀਤਾ ਹੋਇਆ, ਨੈਟ ਚਲਾਇਆ ਹੋਇਆ, ਉਹਨੂੰ ਕਹਿ ਦਿੰਦੇ ਆ ਇੰਟਰ ਨੈਟਵਰਕ। ਮੰਨ ਲਓ ਇੱਕ ਕਮਰੇ ਦੇ ਵਿੱਚ ਨੈਟ ਚਲਾਇਆ ਹੋਇਆ, ਦੂਜੇ ਘਰ ਦੇ ਵਿੱਚ ਵੀ ਨੈਟ ਚਲਾਇਆ ਹੋਇਆ, ਆਪਸ ਵਿੱਚ ਕੀ ਨੇ, ਕਨੈਕਟਡ ਨੇ, ਇਹਨੂੰ ਕਹਿ ਦਿੰਦੇ ਆ ਇੰਟਰਾ ਨੈਟਵਰਕ। ਠੀਕ ਹੈ ਜੀ, ਅਲੱਗ-ਅਲੱਗ ਨੈਟਵਰਕ ਨੂੰ ਜੋੜਨਾ ਉਹਨੂੰ ਕਹਿ ਦਿੰਦੇ ਆ ਇੰਟਰਾ ਨੈਟਵਰਕ ਕਿਹਾ ਜਾਂਦਾ। ਅੱਗੇ ਚੱਲਦੇ ਹਾਂ ਆਪਾਂ ਨੈਕਸਟ। ਪਹਿਲੀ ਡਿਵਾਈਸ ਜਿਹੜੀ ਆ ਗਈ ਤੁਹਾਡੇ ਸਾਹਮਣੇ, ਉਹ ਹੈਗੀ ਯਾਰ ਬੇਟਾ ਮੋਡਮ। ਹੁਣ ਮੋਡਮ ਦੀ ਤਾਂ ਇੱਕ ਤਾਂ ਫੁੱਲ ਫਾਰਮ ਪੁੱਛੀ ਜਾਂਦੀ ਹੈ। ਮੋਡਮ ਦੀ ਫੁੱਲ ਫਾਰਮ ਹੁੰਦੀ ਹੈ ਮੋਡੂਲੇਟਰ ਡੀਮੋਡੂਲੇਟਰ। ਠੀਕ ਹੈ, ਮੋਡੂਲੇਟਰ ਡੀਮੋਡੂਲੇਟਰ ਹੁਣ ਕੀ ਚੀਜ਼ ਹੁੰਦੀ ਹੈ, ਬਹੁਤ ਵਾਰ ਕੁਐਸਚਨ ਪੁੱਛਿਆ ਜਾਂਦਾ ਪੰਜਾਬ ਦੇ ਵਿੱਚ ਕਿ ਮੋਡਮ ਦੀ ਫੁੱਲ ਫਾਰਮ ਕੀ ਹੈ। ਹੁਣ ਜਿਹੜਾ ਮੋਡਮ ਹੁੰਦਾ ਬੇਸਿਕਲੀ ਕਰਦਾ ਕੀ ਹੈ, ਤੁਹਾਡੇ ਘਰਾਂ ਦੇ ਵਿੱਚ ਬ੍ਰੌਡਬੈਂਡ ਲੱਗੇ ਹੋਣਗੇ, ਇੱਕ ਵਾਇਰ ਆਉਂਦੀ ਹੈ ਜਿਹਨੂੰ ਆਪਾਂ ਕਹਿ ਦਿੰਦੇ ਹਾਂ ਟੈਲੀਫੋਨ ਵਾਇਰ ਕਹਿ ਦਿੰਦੇ ਆ। ਉਹਦੇ ਅੱਗੇ ਕੀ ਲੱਗਾ ਹੁੰਦਾ ਰਾਜੇ, ਉਹਦੇ ਅੱਗੇ ਲੱਗਾ ਹੁੰਦਾ ਮੋਡਮ, ਤੇ ਮੋਡਮ ਦੇ ਅੱਗੇ ਕੀ ਲੱਗਾ ਹੋਊਗਾ, ਆਪਣਾ ਕੰਪਿਊਟਰ CPU ਲੱਗਾ ਹੋਊਗਾ। ਹੁਣ ਜਿਹੜਾ ਟੈਲੀਫੋਨ ਸਿਸਟਮ ਹੈਗਾ ਉਹ ਕੀ ਹੈਗਾ, ਐਨਾਲੌਗ ਹੈ, ਤੇ ਜਿਹੜਾ ਕੰਪਿਊਟਰ ਹੈਗਾ ਉਹ ਕੀ 'ਚ ਕੰਮ ਕਰਦਾ, ਡਿਜੀਟਲ 'ਚ ਕੰਮ ਕਰਦਾ। ਤਾਂ ਠੀਕ ਹੈ ਜੀ। ਹੁਣ ਮੋਡਮ ਕੀ ਕਰੂਗਾ, ਐਨਾਲੌਗ ਸਿਗਨਲ ਨੂੰ ਕਨਵਰਟ ਕਰ ਦੂਗਾ ਡਿਜੀਟਲ ਦੇ ਵਿੱਚ। ਠੀਕ ਹੈ, ਉਹਨੂੰ ਕਹਿ ਦਿੰਦੇ ਆ ਮੋਡੂਲੇਸ਼ਨ ਕਰਨਾ। ਤੇ ਇਹਨੂੰ ਰਿਵਰਟ ਬੈਕ ਕੀ ਕਰੂਗਾ, ਫਿਰ ਇਹਨੂੰ ਕੀ ਕਰੂਗਾ, ਵਾਈਸ ਵਰਸਾ ਕਨਵਰਟ ਕਰ ਦੂਗਾ ਡਿਜੀਟਲ ਟੂ ਐਨਾਲੌਗ, ਤਾਂ ਡੀਮੋਡੂਲੇਸ਼ਨ। ਤਾਂ ਦੋਨੇ ਕੰਮ ਕਰਦਾ ਇਹ, ਮੋਡੂਲੇਸ਼ਨ ਵੀ ਕਰਦਾ, ਡੀਮੋਡੂਲੇਸ਼ਨ ਵੀ ਕਰਦਾ, ਤਾਂ ਇਹਨੂੰ ਕੀ ਕਿਹਾ ਜਾਂਦਾ, ਮੋਡੂਲੇਟਰ ਕਿਹਾ ਜਾਂਦਾ। ਅੱਛਾ, ਦੂਜਾ ਪੁੱਛਿਆ ਜਾਂਦਾ ਵੀ ਇਹ ਇਨਪੁਟ ਡਿਵਾਈਸ ਹੈ, ਆਊਟਪੁੱਟ ਡਿਵਾਈਸ ਹੈ, ਜਾਂ ਫਿਰ ਇਨਪੁਟ ਆਊਟਪੁੱਟ ਦੋਨੇ ਹੈ। ਤਾਂ ਇਹ ਦੋਨਾਂ ਦੇ ਵਿੱਚ ਆਉਂਦੀ ਹੈ। ਇਹ ਇਨਪੁਟ ਵੀ ਕਰਦਾ, ਦੇਖੋ ਇਨਪੁਟ ਕੀ ਆ ਰਿਹਾ, ਇਹਨੂੰ ਐਨਾਲੌਗ ਆ ਰਿਹਾ, ਤੇ ਆਊਟਪੁੱਟ ਕੀ ਸ਼ੋਅ ਕਰ ਰਿਹਾ, ਡਿਜੀਟਲ ਕਰ ਰਿਹਾ।
ਤਾਂ ਦੋਨਾਂ ਤਰ੍ਹਾਂ ਕੀ ਕਰਦਾ ਐਕਟ ਕਰਦਾ, ਇਨਪੁਟ ਵੀ ਕਰਦਾ ਤੇ ਆਊਟਪੁੱਟ ਵੀ ਕਰਦਾ ਹੈ। ਚਲੋ ਇਹਦੇ ਬਾਰੇ ਆਪਾਂ ਸਾਰੀ ਜਾਣਕਾਰੀ ਪ੍ਰਾਪਤ ਕਰ ਲਈ ਵੀ ਮੋਡਮ ਹੁੰਦਾ ਕੀ ਹੈ। ਇਹ ਕਰਦਾ ਕੀ ਹੈ ਰਾਜੇ, ਇਹ ਸੈਂਡ ਔਰ ਰਿਸੀਵ ਡਾਟਾ ਕਰਦਾ, ਕਿਹਦੇ ਉੱਪਰ ਕਰਦਾ, ਟੈਲੀਫੋਨ ਲਾਈਨਸ ਦੇ ਉੱਪਰ ਕਰਦਾ, ਕੇਬਲ ਲਾਈਨਸ ਦੇ ਉੱਪਰ ਕਰਦਾ। ਠੀਕ ਹੈ, ਆ ਤੁਹਾਨੂੰ ਮੈਂ ਦਿਖਾਤਾ। ਇਹ ਹੁੰਦੀ ਹੈ ਡਿਸਕਰੀਟ, ਜਿਹਨੂੰ ਕਹਿ ਦਿੰਦੇ ਆ ਡਿਜੀਟਲ। ਇੱਥੇ ਦੀ ਵੈਲਿਊ 1 ਹੈ, ਇੱਥੇ 0 ਹੈ, ਇੱਥੇ 1 ਹੈ, ਇੱਥੇ 0 ਹੈ। ਇਹ ਹੁੰਦੀ ਹੈ ਸਾਈਨ ਵੇਵ, ਜਿਹਨੂੰ ਆਪਾਂ ਕਹਿ ਦਿੰਦੇ ਆ ਐਨਾਲੌਗ ਵਾਸਤੇ। ਠੀਕ ਹੈ, ਇੱਥੇ ਹੁੰਦਾ ਮੈਕਸਿਮਮ ਐਂਪਲੀਟਿਊਡ, ਇੱਥੇ ਕੀ ਹੁੰਦਾ ਮਿਨੀਮਮ ਹੁੰਦਾ। ਚਲੋ ਇਹਨੂੰ ਆਪਾਂ ਪੜ੍ਹਾਇਆ ਹੋਇਆ, ਜ਼ਿਆਦਾ ਡਿਟੇਲ 'ਚ ਆਪਾਂ ਨਹੀਂ ਕਰਨਾ, ਆਪਾਂ ਨੈਟਵਰਕ ਡਿਵਾਈਸਿਸ ਦੇ ਉੱਪਰ ਫੋਕਸ ਰੱਖਦੇ ਹਾਂ। ਨੈਕਸਟ ਗੱਲ ਕਰਦੇ ਹਾਂ ਹੁਣ ਮੋਡਮ ਹੁੰਦਾ ਕੀ ਆ। ਤੁਹਾਡੇ ਸਾਰਿਆਂ ਦੇ ਘਰਾਂ ਦੇ ਵਿੱਚ ਲੱਗਾ ਹੋਊਗਾ, ਅੱਜ ਕੱਲ੍ਹ ਆਪਾਂ ਵਾਇਰਲੈਸ ਮੋਡਮ ਯੂਜ਼ ਕਰ ਰਹੇ ਹਾਂ ਸਾਰੇ, ਹੈ ਨਾ। ਤੁਹਾਡੇ ਘਰਾਂ ਦੇ ਵਿੱਚ ਕੀ ਹੈ, ਨੈਟ ਪਲੱਸ ਲੱਗਾ ਹੋਊਗਾ। ਠੀਕ ਹੈ, ਕੋਈ ਵੀ ਕੰਪਨੀ ਦਾ ਲੱਗਾ ਹੋਊਗਾ, BSNL ਦਾ ਲੱਗਾ ਹੋਊਗਾ ਜਾਂ ਕੋਈ ਹੋਰ ਲੱਗਾ ਹੋਊਗਾ, ਤਾਂ ਇਹਨੂੰ ਕਿਹਾ ਜਾਂਦਾ ਮੋਡਮ ਕਿਹਾ ਜਾਂਦਾ। ਅੱਛਾ, ਹੁਣ ਜਿਹੜਾ ਮੋਡਮ ਹੁੰਦਾ, ਮੋਡਮ ਦਾ ਮੇਨ ਫੰਕਸ਼ਨ ਤੁਹਾਨੂੰ ਮੈਂ ਦੱਸਤਾ। ਫੰਕਸ਼ਨ ਹੈ ਕੀ ਹੈ ਵੀ ਕਨਵਰਟ ਕਰਦਾ ਡਿਜੀਟਲ ਟੂ ਐਨਾਲੌਗ ਔਰ ਐਨਾਲੌਗ ਟੂ ਕੀ ਕਰਦਾ, ਡਿਜੀਟਲ ਕਰਦਾ। ਸਭ ਤੋਂ ਇੰਪੋਰਟੈਂਟ ਪੁਆਇੰਟ ਹੈ। ਇਸ ਤੋਂ ਬਾਅਦ ਇਹਨੂੰ ਕੀ ਕਿਹਾ ਜਾਂਦਾ, ਮੋਡੂਲੇਟਰ ਤੇ ਡੀਮੋਡੂਲੇਟਰ ਕਿਹਾ ਜਾਂਦਾ ਇਹਨੂੰ। ਠੀਕ ਹੈ, ਇਹ ਵੀ ਇਹਦਾ ਇੰਪੋਰਟੈਂਟ ਪੁਆਇੰਟ ਹੈ, ਮੈਂ ਦੱਸ ਚੁੱਕਿਆ। ਤੇ ਮੋਡੂਲੇਸ਼ਨ ਦਾ ਮਤਲਬ ਹੁੰਦਾ ਵੀ ਕਹਿੰਦਾ ਡਿਜੀਟਲ ਡਾਟਾ ਤੋਂ ਐਨਾਲੌਗ ਔਰ ਵਾਈਸ ਵਰਸਾ। ਡੀਮੋਡੂਲੇਸ਼ਨ ਦਾ ਕੀ ਮਤਲਬ ਹੁੰਦਾ, ਐਨਾਲੌਗ ਤੋਂ ਡਿਜੀਟਲ ਹੁੰਦਾ। ਚਲੋ ਆਪਾਂ ਇੰਨੀ ਡਿਟੇਲ ਜਾਣ ਦੀ ਜ਼ਰੂਰਤ ਨਹੀਂ ਹੈਗੀ, ਬਸ ਆਪਾਂ ਇੰਨਾ ਸਮਝ ਲੈਣਾ ਵੀ ਇਹ ਮੋਡੂਲੇਸ਼ਨ ਵੀ ਕਰਦਾ, ਡੀਮੋਡੂਲੇਸ਼ਨ ਵੀ ਕਰਦਾ। ਰਾਈਟ ਹੈ, ਬਸ ਇਸ ਤੋਂ ਉੱਪਰ ਲੈਵਲ ਦਾ ਕੁਐਸਚਨ ਨਹੀਂ ਪੁੱਛਿਆ ਜਾਊਗਾ ਤੁਹਾਨੂੰ। ਅੱਗੇ ਗੱਲ ਕਰਦੇ ਹਾਂ ਜੀ ਹੁਣ ਟਾਈਪਸ ਆਫ ਮੋਡਮ। ਹੁਣ ਮੋਡਮ ਕੀ ਹੈ, 3 ਤਰ੍ਹਾਂ ਨਾਲ ਕੰਮ ਕਰਦਾ। ਠੀਕ ਹੈ, 3 ਤਰ੍ਹਾਂ ਦੇ ਮੋਡਮ ਆਉਂਦੇ। ਇੱਕ ਹੁੰਦਾ ਸਿੰਪਲੈਕਸ, ਇੱਕ ਹੁੰਦਾ ਹਾਫ ਡੁਪਲੈਕਸ, ਇੱਕ ਹੁੰਦਾ ਫੁੱਲ ਡੁਪਲੈਕਸ। ਹੁਣ ਸਿੰਪਲੈਕਸ ਕੀ ਚੀਜ਼ ਹੈ, ਤੁਹਾਨੂੰ ਮੈਂ ਪਹਿਲਾਂ ਸਿੰਪਲੈਕਸ ਮੋਡ ਬਾਰੇ ਦੱਸ ਦਿੰਦਾ। ਇਹ ਰਾਜੇ ਸਾਰੇ ਕੀ ਨੇ, ਟਰਾਂਸਮਿਸ਼ਨ ਦੇ ਮੋਡ ਨੇ, ਡਾਟਾ ਟਰਾਂਸਮਿਟ ਕਰਨ ਦੇ ਮੋਡ ਨੇ। ਸਿੰਪਲੈਕਸ ਹੁੰਦਾ, ਮੰਨ ਲਓ ਆਹ ਕੀਬੋਰਡ ਹੈ ਤੇ ਆਹ ਕੀ ਹੈ, ਮੇਰਾ CPU ਹੈ। ਕੀਬੋਰਡ ਹੈ ਤੇ ਆਹ ਮੇਰਾ ਕੀ ਹੈ, CPU ਹੈ। ਕੀਬੋਰਡ ਕੀ ਹੈ, ਇੱਕ ਇਨਪੁਟ ਡਿਵਾਈਸ ਹੈ। ਇਹ ਸਿਰਫ ਡਾਟਾ ਸੈਂਡ ਕਰ ਸਕਦੀ ਹੈ, ਰਿਸੀਵ ਨਹੀਂ ਕਰ ਸਕਦੀ। ਇਹ ਸਿਰਫ ਕੀ ਕਰ ਸਕਦੀ ਹੈ, ਸੈਂਡ ਕਰ ਸਕਦੀ ਹੈ, ਰਿਸੀਵ ਨਹੀਂ ਕਰ ਸਕਦੀ। ਕਹਿਣ ਦਾ ਭਾਵ ਕਿ ਸਿੰਗਲ ਡਾਇਰੈਕਸ਼ਨ ਨੂੰ ਡਾਟਾ ਜਾ ਸਕਦਾ ਹੈ। ਕਹਿਣ ਦਾ ਭਾਵ ਕੀ ਹੈ, ਸਿੰਗਲ ਡਾਇਰੈਕਸ਼ਨ ਦੇ ਵਿੱਚ ਡਾਟਾ ਜਾ ਸਕਦਾ ਹੈ। ਉਹਨੂੰ ਕਹਿ ਦਿੰਦੇ ਆ ਸਿੰਪਲੈਕਸ ਮੋਡ ਕਹਿ ਦਿੰਦੇ ਆ। ਜਾਂ ਤਾਂ ਉਹ ਸੈਂਡਰ ਹੋਊਗਾ ਜਾਂ ਫਿਰ ਰਿਸੀਵਰ ਹੋਊਗਾ। ਹਾਫ ਡੁਪਲੈਕਸ ਹੁੰਦਾ ਵੀ ਉਹ ਸੈਂਡ ਵੀ ਕਰ ਸਕਦੀ ਹੈ ਡਿਵਾਈਸ। ਮੰਨ ਲਓ ਇੱਕ A ਡਿਵਾਈਸ ਹੈ, ਇੱਕ B ਡਿਵਾਈਸ ਹੈ। A ਡਿਵਾਈਸ B ਨੂੰ ਕੀ ਕਰ ਰਹੀ ਹੈ, ਡਾਟਾ ਸੈਂਡ ਕਰ ਰਹੀ ਹੈ। ਠੀਕ ਹੈ, ਤੇ B ਫਿਰ ਕੀ ਕਰ ਰਹੀ ਹੈ, ਉਹਨੂੰ A ਨੂੰ ਸੈਂਡ ਕਰ ਰਹੀ ਹੈ। ਤਾਂ ਇੱਥੇ ਕੀ ਹੈ, ਸੈਂਡਰ A ਹੈ, ਇੱਥੇ ਸੈਂਡਰ ਕੀ ਹੈ, B ਹੈ। ਇੱਥੇ ਰਿਸੀਵਰ ਕੌਣ ਹੈ, A ਹੈ, ਇੱਥੇ ਰਿਸੀਵਰ ਕੌਣ B ਹੈ। ਬਟ ਪ੍ਰੋਬਲਮ ਇਜ਼ ਦੈਟ ਕਿ ਇਹ ਐਟ ਸੇਮ ਟਾਈਮ ਤੇ ਨਹੀਂ ਕਰ ਸਕਦੀ। ਨਹੀਂ ਕਰ ਸਕਦੀ। ਮੰਨ ਲਓ ਇੱਕ ਟਾਈਮ ਤੇ ਜੇ ਸੈਂਟਰ ਹੋਊਗੀ, ਦੂਜੇ ਟਾਈਮ ਤੇ ਕੀ ਬਣਨਾ ਪਊਗਾ, ਇਹਨੂੰ ਰਿਸੀਵਰ ਬਣਨਾ ਪਊਗਾ। ਜੇ ਇਹ ਸੈਂਟਰ ਹੋਊਗੀ ਤਾਂ ਇਹਨੂੰ ਕੀ ਕਰਨਾ ਪਊਗਾ, ਰਿਸੀਵਰ ਬਣਨਾ ਪਊਗਾ। ਇਹਦੀ ਐਗਜ਼ਾਮਪਲ ਹੈਗੀ ਆ ਵੋਕੀ ਟੋਕੀ। ਤੁਸੀਂ ਦੇਖਿਆ ਹੋਊਗਾ ਵੋਕੀ ਟੋਕੀ ਫਿਲਮਾਂ ਦੇ ਵਿੱਚ ਤੁਸੀਂ ਦੇਖਦੇ ਹੋਵੋਗੇ ਵੀ ਵੋਕੀ ਟੋਕੀ ਤੇ ਜਦੋਂ ਗੱਲ ਕਰਦੇ ਆ, ਉਹ ਅੱਗੋਂ ਇੱਕ ਬੰਦਾ ਜਦੋਂ ਗੱਲ ਖਤਮ ਕਰਦਾ ਉਹ ਬੋਲਦਾ ਓਵਰ ਬੋਲਣ ਤੋਂ ਬਾਅਦ ਦੂਜਾ ਬੰਦਾ ਬੋਲਦਾ। ਉਹਦਾ ਕਾਰਨ ਇਹੀ ਹੁੰਦਾ ਕਿ ਉਹ ਹਾਫ ਡੁਪਲੈਕਸ ਹੈ। ਤੇ ਫੁੱਲ ਡੁਪਲੈਕਸ ਹੋ ਗਈ ਵੀ ਜਿਹੜੀ ਦੋਨੇ ਤਰਫ ਤੇ ਡਾਟਾ ਸੈਂਡ ਕਰ ਸਕਦੀ ਹੈ, ਸੈਂਡਰ ਵੀ ਬਣ ਸਕਦੀ ਹੈ, ਰਿਸੀਵਰ ਵੀ ਬਣ ਸਕਦੀ ਹੈ ਐਟ ਦਾ ਸੇਮ ਟਾਈਮ। ਜਿਵੇਂ ਆਪਣੇ ਮੋਬਾਈਲ ਫੋਨ ਹੋ ਗਏ, ਟੈਲੀਫੋਨ ਹੋ ਗਏ, ਮੋਬਾਈਲ ਫੋਨ ਹੋ ਗਏ, ਇਹ ਕੀ ਨੇ, ਫੁੱਲ ਡੁਪਲੈਕਸ ਨੇ। ਤਾਂ ਐਵੇਂ ਮੋਡਮ ਜਿਹੜਾ ਹੈਗਾ ਤਿੰਨਾਂ ਦੇ ਵਿੱਚ ਆਉਂਦਾ, ਸਿੰਪਲੈਕਸ ਵੀ ਆਉਂਦਾ ਹੈ, ਹਾਫ ਡੁਪਲੈਕਸ ਵੀ ਆਉਂਦਾ ਤੇ ਫੁੱਲ ਡੁਪਲੈਕਸ ਵੀ ਆਉਂਦਾ ਹੈ। ਤੇ ਕਹਿਣ ਦਾ ਭਾਵ ਤੁਹਾਡੇ 2 ਟੌਪਿਕ ਇੱਥੇ ਕਵਰ ਹੋ ਗਏ। ਮੋਡ ਬਾਰੇ ਵੀ ਪੁੱਛ ਲੈਂਦੇ ਆ, ਸਿੰਪਲੈਕਸ ਮੋਡ ਕੀ ਹੁੰਦਾ, ਹਾਫ ਡੁਪਲੈਕਸ ਕੀ ਹੁੰਦਾ। ਐਗਜ਼ਾਮਪਲ ਯਾਦ ਰੱਖਣੀ ਹੈ ਇਹਦੀ ਕੀਬੋਰਡ ਵਾਲੀ। ਠੀਕ ਹੈ ਜੀ, ਚਾਹੇ ਮੋਨੀਟਰ ਵਾਲੀ ਯਾਦ ਰੱਖ ਲਓ ਵੀ ਮੋਨੀਟਰ ਸਿਰਫ ਆਊਟਪੁੱਟ ਸ਼ੋਅ ਕਰਦਾ, ਇਨਪੁੱਟ ਨਹੀਂ ਕਰਦਾਗਾ, ਹੈ ਨਾ, ਆਊਟਪੁੱਟ ਸ਼ੋਅ ਕਰਦਾ। ਤੇ ਇਹ ਹਾਫ ਡੁਪਲੈਕਸ ਵਾਲੀ ਵੋਕੀ ਟੋਕੀ ਤੇ ਫੁੱਲ ਡੁਪਲੈਕਸ ਵਾਲੀ ਕਿਹੜੀ, ਤੁਹਾਡੀ ਟੈਲੀਫੋਨ ਸਿਸਟਮ ਜਾਂ ਮੋਬਾਈਲ ਸਿਸਟਮ। ਠੀਕ ਹੈ ਜੀ, ਮੋਡਮ ਦੇ ਬਾਰੇ ਆਪਾਂ ਪੂਰੀ ਜਾਣਕਾਰੀ ਪ੍ਰਾਪਤ ਕਰ ਲਈ। ਅੱਗੇ ਚੱਲਦੇ ਹਾਂ। ਅੱਗੇ ਆ ਗਿਆ ਜੀ RJ45। ਇਹ ਕੁਐਸਚਨ ਆਇਆ ਸੀਗਾ। ਹੁਣ ਦੇਖੋ ਕਈ ਬੰਦਿਆਂ ਨੂੰ ਇਹ ਨਹੀਂ ਪਤਾ ਸੀ ਵੀ RJ45 ਹੁੰਦਾ ਕੀ ਹੈ। RJ45 ਰਾਜੇ ਆ ਕਨੈਕਟਰ ਹੁੰਦਾ ਤੁਹਾਡੇ ਘਰਾਂ ਦੇ ਵਿੱਚ। ਅੱਜ ਕੱਲ੍ਹ ਚਲੋ ਆਪਾਂ ਤਾਂ ਵਾਈਫਾਈ ਯੂਜ਼ ਕਰਨ ਲੱਗ ਗਏ, ਪਹਿਲਾਂ ਕੀ ਹੁੰਦਾ ਸੀ, ਵਾਇਰਡ ਹੁੰਦਾ ਸੀਗਾ। ਤਾਂ ਮੰਨ ਲਓ ਆਹ ਮੋਡਮ ਹੈ, ਮੋਡਮ ਦੇ ਵਿੱਚ ਵੀ ਇੱਕ ਵਾਇਰ ਹੁੰਦੀ ਸੀ। ਇੱਕ ਵਾਇਰ ਕਿਹਦੇ ਵਿੱਚ ਲੱਗਦੀ ਸੀਗੀ, CPU ਦੇ ਵਿੱਚ ਲੱਗਦੀ ਸੀਗੀ। ਠੀਕ ਹੈ, ਉਹ ਵਾਇਰ ਕੀ ਹੈ, ਮੰਨ ਲਓ ਵਾਇਰ ਹੈ ਤਾਂ ਵਾਇਰ ਨੂੰ ਕਨੈਕਟਰ ਵੀ ਤਾਂ ਚਾਹੀਦਾ ਉਹਦੇ ਅੱਗੇ। ਇਹਨੂੰ ਕਹਿ ਦਿੰਦੇ RJ45 ਕਨੈਕਟਰ। ਇਹ ਦੋਨੇ ਪਾਸੇ ਹੁੰਦਾ ਸੀ ਕਨੈਕਟਰ। ਠੀਕ ਹੈ, ਆ ਵਾਇਰ ਹੈ ਨਾ, ਵਾਇਰ ਦੇ ਦੋਨੇ ਐਂਡ ਤੇ ਕੀ ਹੁੰਦਾ ਸੀ, ਕਨੈਕਟਰ ਹੁੰਦਾ ਸੀ। ਇਹਨੂੰ ਕਹਿ ਦਿੰਦੇ ਆ RJ45 ਕਨੈਕਟਰ। ਹੁਣ ਬਸ ਇਹ ਯਾਦ ਰੱਖਣਾ ਵੀ ਇੱਕ ਨੈਟਵਰਕ ਡਿਵਾਈਸ ਹੈ, ਇੱਕ ਹਾਰਡਵੇਅਰ ਹੈ। ਠੀਕ ਹੈ, ਆਇਡੈਂਟੀਫਾਈ ਕਰਨ ਵਾਸਤੇ ਕਹਿ ਸਕਦਾ ਵੀ ਇਹ ਹਾਰਡਵੇਅਰ ਹੈ ਕਿ ਸੌਫਟਵੇਅਰ ਹੈ। ਇਹ ਹਾਰਡਵੇਅਰ ਹੈ। ਇਹਨੂੰ RJ ਕਿਉਂ ਕਹਿੰਦੇ ਆ, ਇਹਦੀ ਫੁੱਲ ਫਾਰਮ ਹੈਗੀ ਆ ਰਜਿਸਟਰਡ ਜੈਕ 45। ਠੀਕ ਹੈ, ਇਹਨੂੰ ਇੱਕ ਸਲੋਟ ਦਿੱਤਾ ਗਿਆ, ਨੰਬਰ ਦਿੱਤਾ ਗਿਆ 45। ਇਹਨੂੰ ਕਹਿ ਦਿੰਦੇ ਆ RJ45। ਇਹ ਕਨੈਕਟਰ ਹੁੰਦਾ, 8 ਪਿਨ ਦਾ ਜੈਕ ਹੁੰਦਾ। ਤੇ ਕਾਹਦੇ ਵਾਸਤੇ ਵਰਤਿਆ ਜਾਂਦਾ, ਇਹ ਈਥਰਨੈਟ ਵਾਸਤੇ ਵਰਤਿਆ ਜਾਂਦਾ, ਲੋਕਲ ਏਰੀਆ ਨੈਟਵਰਕ ਦੇ ਵਿੱਚ। ਹੁਣ ਈਥਰਨੈਟ ਕੀ ਹੁੰਦਾ, ਈਥਰਨੈਟ ਹੁੰਦਾ ਵੀ ਇੰਟਰਨੈਟ ਨੂੰ ਚਲਾਉਣ ਦੀ ਫੈਸਿਲਿਟੀ ਨੂੰ ਕਿਹਾ ਜਾਂਦਾ ਹੈ ਈਥਰਨੈਟ। ਠੀਕ ਹੈ, ਤਾਂ ਲਿਖਿਆ ਹੋਇਆ ਕਹਿੰਦਾ ਈਥਰਨੈਟ ਕੀ ਹੈ, ਇਜ਼ ਅ ਟੈਕਨੋਲੋਜੀ ਦੈਟ ਡਿਫਾਈਨ ਪ੍ਰੋਟੋਕੋਲਸ ਫॉर ਦਾ ਐਸਟੈਬਲਿਸ਼ਿੰਗ ਏ ਲੈਨ। ਲੈਨ ਨੂੰ ਬਣਾਉਣ ਵਾਸਤੇ, ਲੈਨ ਹੁੰਦਾ ਭਾਈ ਲੋਕਲ ਏਰੀਆ ਨੈਟਵਰਕ, ਛੋਟਾ ਨੈਟਵਰਕ ਬਣਾਉਣ ਵਾਸਤੇ ਈਥਰਨੈਟ ਦੀ ਵਰਤੋਂ ਕੀਤੀ ਜਾਂਦੀ ਹੈ।
ਤੇ ਜਿਹੜਾ ਇਹ ਆਪਣਾ ਜਿਹੜਾ RJ45 ਹੈਗਾ ਇਹ ਟਵਿਸਟਡ ਪੇਅਰ ਕੇਬਲ ਦੇ ਉੱਪਰ ਬਣ ਜਾਂਦਾ ਹੈ, ਕੋਐਕਸਲ ਕੇਬਲ ਦੇ ਉੱਪਰ ਵੀ ਬਣ ਜਾਂਦਾ ਹੈ। ਠੀਕ ਹੈ ਜੀ, ਦੋਨੇ ਐਂਡ ਤੇ ਹੁੰਦਾ ਤੁਹਾਡੇ, ਬਸ ਤੁਸੀਂ ਇੰਨਾ ਕੁ ਯਾਦ ਰੱਖਣਾ ਇਹ ਨੈਟਵਰਕ ਡਿਵਾਈਸ ਹੁੰਦਾ ਹੈ। ਅੱਗੇ ਆ ਗਿਆ ਜੀ ਆਪਣਾ ਈਥਰਨੈਟ ਕਾਰਡ, ਜਿੱਤੋਂ ਵੀ ਕੁਐਸਚਨ ਬਹੁਤ ਵਾਰ ਆਉਂਦੇ ਆ, ਇਹਨੂੰ ਨੈਟਵਰਕ ਇੰਟਰਫੇਸ ਕਾਰਡ ਕਹਿ ਦਿੰਦੇ ਆ। ਕੀ ਕਹਿ ਦਿੰਦੇ ਆ? ਨੈਟਵਰਕ ਇੰਟਰਫੇਸ ਕਾਰਡ, ਜਾਂ ਇਹਨੂੰ ਕਹਿ ਦਿੰਦੇ ਆ NIC। ਬਹੁਤ ਵਾਰ ਕੁਐਸਚਨ ਆਉਂਦਾ ਵੀ NIC ਤੋਂ ਕੀ ਭਾਵ ਹੈ, ਤਾਂ NIC ਦਾ ਮਤਲਬ ਹੁੰਦਾ ਨੈਟਵਰਕ ਇੰਟਰਫੇਸ ਕਾਰਡ। ਹੁੰਦਾ ਕੀ ਹੈ? ਇਹ ਆਪਣੇ CPU ਦੇ ਵਿੱਚ ਹੁੰਦਾ ਹੈ। ਜੇ ਮੰਨ ਲਓ ਇਹ ਕਾਰਡ ਨਹੀਂ ਹੋਊਗਾ ਤਾਂ ਮੇਰਾ ਨੈਟ ਨਹੀਂ ਚੱਲੂਗਾ। ਠੀਕ ਹੈ, ਕਿਉਂਕਿ ਜਿਹੜਾ RJ45 ਹੈ ਇਹਦੇ ਸਲੋਟ ਦੇ ਵਿੱਚ ਲੱਗਦਾ ਹੈ। ਠੀਕ ਹੈ, ਤਾਂ ਜਿਵੇਂ ਆਪਣੇ ਮੋਬਾਈਲ ਫੋਨ ਦੇ ਵਿੱਚ ਕੀ ਹੁੰਦਾ, ਇੱਕ ਵਾਈਫਾਈ ਦੀ ਫੈਸਿਲਿਟੀ ਹੁੰਦੀ ਹੈ। ਜੇ ਵਾਈਫਾਈ ਨਹੀਂ ਹੋਊਗਾ ਤਾਂ ਆਪਾਂ ਕੀ ਹੈ, ਡਾਟਾ ਅਸੈਸ ਨਹੀਂ ਕਰ ਸਕਦੇ। ਤਾਂ ਸੇਮ ਵੇ ਕੀ ਹੈ, ਕੰਪਿਊਟਰ ਦੇ ਵਿੱਚ ਵਾਇਰਡ ਆਪਾਂ ਇੰਟਰਨੈਟ ਚਲਾਉਣਾ ਹੋਵੇ ਤਾਂ ਆਪਾਂ ਨੂੰ ਕੀ ਚਾਹੀਦਾ ਹੋਊਗਾ? ਈਥਰਨੈਟ ਕਾਰਡ ਚਾਹੀਦਾ ਹੋਊਗਾ, ਜਿਹਨੂੰ ਕਹਿ ਦਿੰਦੇ ਆ ਨੈਟਵਰਕ ਇੰਟਰਫੇਸ ਕਾਰਡ ਵੀ ਕਿਹਾ ਜਾਂਦਾ ਹੈ। ਤਾਂ ਈਥਰਨੈਟ ਕਾਰਡ ਕੀ ਹੈ? ਬੇਸਿਕਲੀ ਇੱਕ ਹਾਰਡਵੇਅਰ ਕੰਪੋਨੈਂਟ ਹੈ ਜਿਹੜਾ ਕੰਪਿਊਟਰਾਂ ਦੇ ਵਿੱਚ ਵਰਤਿਆ ਜਾਂਦਾ। ਕਾਹਦੇ ਵਾਸਤੇ ਵਰਤਦੇ ਆ? ਕਮਿਊਨੀਕੇਟ ਕਰਨ ਵਾਸਤੇ। ਕਿਹਦੇ ਨਾਲ? ਲੈਨ ਦੇ ਨਾਲ ਕਮਿਊਨੀਕੇਟ ਕਰਨ ਵਾਸਤੇ। ਠੀਕ ਹੈ ਜੀ, ਬਸ ਇੰਨਾ ਕੁ ਯਾਦ ਰੱਖਣਾ, ਇਹਦੇ ਬਾਰੇ ਹੋਰ ਕੁਝ ਜ਼ਿਆਦਾ ਡਿਟੇਲ 'ਚ ਪੜ੍ਹਨ ਦੀ ਜ਼ਰੂਰਤ ਨਹੀਂ। ਅੱਗੇ ਗੱਲ ਕਰਦੇ ਹਾਂ ਜੀ ਹੱਬ। ਹੁਣ ਦੇਖੋ ਹੱਬ ਤੋਂ ਦੇਖ ਕੇ ਥੋੜ੍ਹਾ ਜਿਹਾ ਤੁਹਾਨੂੰ ਕੁਝ ਯਾਦ ਆਇਆ ਹੋਊਗਾ। ਤੁਹਾਨੂੰ ਮੈਂ ਇੱਕ ਨੈਟਵਰਕ ਟੋਪੋਲੋਜੀਜ਼ ਕਰਾਈਆਂ ਨੇ, ਨੈਟਵਰਕ ਟੋਪੋਲੋਜੀਜ਼ ਕਰਵਾਈਆਂ ਨੇ ਤੁਹਾਨੂੰ ਮੈਂ, ਹੈ ਨਾ। ਬੱਸ, ਸਟਾਰ, ਰਿੰਗ। ਤਾਂ ਹੱਬ ਕਿੱਥੇ ਵਰਤੀ ਜਾਂਦੀ ਸੀਗੀ? ਹੱਬ ਵਰਤੀ ਜਾਂਦੀ ਸੀਗੀ ਸਟਾਰ ਟੋਪੋਲੋਜੀ ਦੇ ਵਿੱਚ। ਸਟਾਰ ਟੋਪੋਲੋਜੀ ਹੁੰਦੀ, ਮੰਨ ਲਓ ਆ ਵੀ ਕੰਪਿਊਟਰ ਲੱਗਾ, ਆ ਵੀ ਕੰਪਿਊਟਰ ਲੱਗਾ, ਆ ਵੀ ਕੰਪਿਊਟਰ ਲੱਗਾ, ਆ ਵੀ ਕੰਪਿਊਟਰ ਲੱਗਾ, ਸਾਰਿਆਂ ਨੂੰ ਕਨੈਕਟ ਕਰਨ ਵਾਸਤੇ ਸੈਂਟਰ ਦੇ ਵਿੱਚ ਕੀ ਲਾਇਆ ਜਾਂਦਾ? ਇੱਕ ਹੱਬ ਲਾਈ ਜਾਂਦੀ ਹੈ। ਹੁਣ ਹੱਬ ਹੁੰਦੀ ਕੀ ਹੈ? ਬੇਸਿਕਲੀ ਐਂ ਕਹਿ ਲਓ, ਪੰਜਾਬੀ ਦੇ ਵਿੱਚ ਅਗਰ ਸਮਝਣਾ ਦੇਸੀ ਭਾਸ਼ਾ ਦੇ ਵਿੱਚ, ਤਾਂ ਹੱਬ ਹੁੰਦੀ ਹੈ ਐਂ ਕਹਿ ਲਓ ਵੀ ਇੱਕ ਨਾ ਬਦ ਦਿਮਾਗ ਆਪਾਂ ਕਿਹਨੂੰ ਕਹਿੰਦੇ? ਜਿਹਦਾ ਦਿਮਾਗ ਨਹੀਂ ਹੈਗਾ, ਜਿਹਦਾ ਦਿਮਾਗ ਕੰਮ ਨਹੀਂ ਕਰਦਾ। ਠੀਕ ਹੈ, ਤਾਂ ਉਹਨੂੰ ਬਦ ਦਿਮਾਗ ਕਹਿ ਦਿੰਦੇ ਆ। ਹੁਣ ਐਵੇਂ ਨੈਟਵਰਕ ਦੇ ਵਿੱਚ ਇਹਦਾ ਕੰਮ ਕੀ ਹੈ? ਇਹ ਆਪਣਾ ਦਿਮਾਗ ਬਿਲਕੁਲ ਨਹੀਂ ਯੂਜ਼ ਕਰਦੀ। ਇਹਨੇ ਕੀ ਕਰਨਾ? ਮੰਨ ਲਓ ਇਹਨੇ ਕੀ ਕਰਨਾ, ਤੁਹਾਨੂੰ ਮੈਂ ਇੱਕ ਮਿੰਟ ਦਿਖਾਉਣਾ, ਪਹਿਲਾਂ ਡਾਇਗਰਾਮ ਦੇ ਵਿੱਚ ਦਿਖਾਉਣਾ, ਫਿਰ ਤੁਹਾਨੂੰ ਮੈਂ ਦੱਸਦਾ। ਦੇਖੋ ਮੰਨ ਲਓ ਇਹ ਹੱਬ ਹੈ, ਇਹ ਹੱਬ ਲੱਗੀ ਹੋਈ ਹੈ। ਇਹਦਾ ਕੰਮ ਕੀ ਹੈ? ਸਿਰਫ ਇਹਨਾਂ ਨੂੰ ਜੋੜਨ ਦਾ ਕੰਮ ਹੈ। ਮੰਨ ਲਓ ਕੰਪਿਊਟਰ A ਹੈ, ਆਹ ਕੰਪਿਊਟਰ B ਹੈ, ਆਹ ਕੰਪਿਊਟਰ C ਹੈ, ਆਹ D ਹੈ ਤੇ E ਹੈ। ਹੁਣ ਮੰਨ ਲਓ A ਕਹਿੰਦਾ ਵੀ ਮੈਂ E ਨੂੰ ਡਾਟਾ ਸੈਂਡ ਕਰਨਾ। ਇਹ ਕੀ ਕਰਦੀ ਹੈ? ਜਦੋਂ A ਤੋਂ ਡਾਟਾ ਆਇਆ, ਇਹਨੇ ਡਾਟਾ ਕੀ ਕਰਨਾ? ਅੱਗੇ ਆ ਕੇ ਸਾਰਿਆਂ ਨੂੰ ਸੈਂਡ ਕਰ ਦੇਣਾ। D ਨੂੰ ਵੀ ਕਰ ਦੇਣਾ, E ਨੂੰ ਵੀ ਕਰ ਦੇਣਾ, C ਨੂੰ ਵੀ ਕਰ ਦੇਣਾ, B ਨੂੰ ਵੀ ਕਰ ਦੇਣਾ। ਤਾਂ ਜਿਵੇਂ ਮੰਨ ਲਓ ਜਿਹਨੇ ਯੂਜ਼ ਕਰਨਾ ਉਹ ਕੀ ਕਰ ਲੂਗਾ? ਅਸੈਪਟ ਕਰ ਲੂਗਾ, ਬਾਕੀ ਰਿਜੈਕਟ ਕਰ ਲੂਗਾ। ਕਹਿਣ ਦਾ ਭਾਵ ਡਾਟਾ ਦੀ ਇੰਨੀ ਸਿਕਿਉਰਿਟੀ ਨਹੀਂ ਹੁੰਦੀਗੀ। ਠੀਕ ਹੈ, ਤਾਂ ਇਹਨੂੰ ਬਦਦਿਮਾਗ ਕਹਿ ਦਿੰਦੇ ਆ। ਸਿਰਫ ਇਹਨੇ ਕੰਮ ਕੀ ਕਰਨਾ? ਅੱਗੇ ਚੀਜ਼ ਲੈਣੀ ਆ, ਲੈ ਕੇ ਕੀ ਅੱਗੇ ਵੰਡ ਦੇਣੀ ਆ। ਐਂ ਕਹਿ ਲਓ ਵੀ ਇਹਨੇ ਆਹ ਬੰਦੇ ਨਾਲ ਚੁਗਲੀ ਕੀਤੀ, ਇਹ ਚੁਗਲੀ ਕਰਕੇ ਇਹਦਾ ਕੀ ਆ? ਢਿੱਡ ਭਰ ਗਿਆ। ਹੁਣ ਇਹਨੇ ਢਿੱਡ ਖਾਲੀ ਵੀ ਕਰਨਾ ਚੁਗਲੀ ਕਰਕੇ। ਇਹਨੇ ਕੀ ਕੀਤਾ? ਸਾਰਿਆਂ ਨੂੰ ਚੁਗਲੀ ਕਰ ਲਈ। ਠੀਕ ਹੈ ਜੀ, ਸਾਰਿਆਂ ਨੂੰ ਚੁਗਲੀ ਕਰ ਲਈ। ਜਿਹੜੇ ਸਿਆਣੇ ਬੰਦੇ ਸੀ ਉਹ ਕਹਿੰਦੇ ਛੱਡ ਪਰਾਂ ਯਾਰ, ਮੈਂ ਨਹੀਂ ਤੇਰੀ ਚੁਗਲੀਆਂ ਸੁਣਨੀ। ਜਿਹੜੇ ਇਹਦੇ ਵਰਗਾ ਸੀ ਉਹ ਕਹਿੰਦਾ ਭਾਈ ਕੋਈ ਗੱਲ ਨਹੀਂ, ਮੈਂ ਵੀ ਤੇਰੀ ਗੱਲ ਸੁਣ ਲੈਣਾ। ਤਾਂ ਇਹਨੇ ਕੀ ਕਰ ਲਿਆ? ਅਸੈਪਟ ਕਰ ਲਿਆ। ਤਾਂ ਇਹਨੂੰ ਕਹਿ ਦਿੰਦੇ ਆ ਹੱਬ ਕਹਿ ਦਿੰਦੇ ਆ। ਹੱਬ ਬੇਸਿਕਲੀ ਹੈ ਕੀ ਹੈ ਰਾਜੇ? ਹੱਬ ਹੈਗੀ ਆ ਇੱਕ ਨੈਟਵਰਕ ਡਿਵਾਈਸ ਹੈਗੀ ਹੈ। ਇਹਦਾ ਬੇਸਿਕ ਕੰਮ ਕੀ ਹੁੰਦਾ? ਇਹ ਕਨੈਕਟ ਕਰਦੀ ਹੈ ਕਿਹਨੂੰ? ਮਲਟੀਪਲ ਕੰਪਿਊਟਰ ਨੂੰ, ਜਾਂ ਮਲਟੀਪਲ ਨੋਡ ਕਹਿ ਸਕਦੇ ਆ। ਨੈਟਵਰਕ ਦੇ ਵਿੱਚ ਵੱਖਰੀ ਨੋਡਸ ਨੂੰ ਕੰਪਿਊਟਰ ਨੂੰ ਜੋੜਨ ਦੇ ਕੰਮ ਆਉਂਦੀ ਹੈ। ਹੱਬ ਕਰਦੀ ਕੀ ਹੈ? ਵੀ ਜਿਹੜੀਆਂ ਵੱਖਰੀਆਂ ਜਿਹੜੀਆਂ ਵਾਇਰਸ ਆ ਰਹੀਆਂ ਨੇ ਉਹਨਾਂ ਨੂੰ ਜੋੜ ਦਿੰਦੀ ਹੈ, ਤੇ ਜੋੜ ਕੇ ਕੀ ਬਣਾ ਦਿੰਦੀ ਹੈ? ਇੱਕ ਸਟਾਰ ਟੋਪੋਲੋਜੀ ਬਣਾ ਦਿੰਦੀ ਹੈ। ਕੁਐਸਚਨ ਕੀ ਪੁੱਛਿਆ ਜਾਂਦਾ ਵੀ ਜਿਹੜੀ ਹੱਬ ਹੈਗੀ ਹੈ ਇਹ ਕਿੱਥੇ ਵਰਤੀ ਜਾਂਦੀ ਹੈ, ਕਿਹੜੀ ਟੋਪੋਲੋਜੀ ਦੇ ਵਿੱਚ ਵਰਤੀ ਜਾਂਦੀ ਹੈ? ਤਾਂ ਸਟਾਰ ਦੇ ਵਿੱਚ ਵਰਤੀ ਜਾਂਦੀ ਹੈ। ਅੱਗੇ ਹੱਬ ਦੀਆਂ ਵੀ 2-3 ਕਿਸਮਾਂ ਹੁੰਦੀਆਂ ਨੇ, ਚਲੋ 2 ਪੜ੍ਹ ਲਓ ਬਹੁਤ ਆ ਪੇਪਰ ਵਾਸਤੇ। ਇੱਕ ਹੁੰਦੀ ਹੈ ਪੈਸਿਵ ਹੱਬ, ਇੱਕ ਹੁੰਦੀ ਹੈ ਐਕਟਿਵ ਹੱਬ। ਹੁਣ ਨਾਮ ਤੋਂ ਕਲੀਅਰ ਹੈ, ਪੈਸਿਵ ਹੱਬ ਜਿਹੜੀ ਮੈਂ ਹੁਣ ਤੁਹਾਨੂੰ ਪੜ੍ਹਾ ਕੇ ਹਟਿਆ, ਪੈਸਿਵ ਹੱਬ ਹੁੰਦੀ ਹੈ ਜਿਹੜੀ ਕੋਈ ਵੀ ਕੰਮ ਨਹੀਂ ਕਰਦੀ। ਅੱਛਾ, ਨਾ ਇਹਨੂੰ ਬਿਜਲੀ ਦੀ ਲੋੜ ਹੁੰਦੀ ਹੈ, ਮਤਲਬ ਚੱਲਣ ਵਾਸਤੇ ਬਿਜਲੀ ਦੀ ਲੋੜ ਨਹੀਂ ਹੁੰਦੀ ਗੀ ਇਹਨੂੰ। ਠੀਕ ਹੈ, ਬਸ ਇਹਨੇ ਕਿਉਂਕਿ ਉਹ ਆਪਣਾ ਦਿਮਾਗ ਕੰਮ ਨਹੀਂ ਕਰਨਾ। ਇਹਦਾ ਥੋੜ੍ਹਾ ਜਿਹਾ ਐਡਵਾਂਸ ਵਰਜ਼ਨ ਬਣਾਇਆ ਗਿਆ ਸੀਗਾ ਐਕਟਿਵ ਹੱਬ। ਐਕਟਿਵ ਹੱਬ ਨੂੰ ਚੱਲਣ ਵਾਸਤੇ ਬਿਜਲੀ ਦੀ ਲੋੜ ਹੁੰਦੀ ਹੈ। ਇਸ ਤੋਂ ਇਲਾਵਾ ਇਹ ਐਂਪਲੀਚਿਊਡ ਦਾ ਕੰਮ ਵੀ ਕਰਦੀ ਹੈ। ਮੰਨ ਲਓ ਕੋਈ ਸਿਗਨਲ ਵੀਕ ਆ ਗਿਆ ਉਹਨੂੰ ਸਟਰੋਂਗ ਵੀ ਕਰ ਦਿੰਦੀ ਹੈ। ਠੀਕ ਹੈ, ਇਸ ਤੋਂ ਇਲਾਵਾ ਥੋੜ੍ਹਾ ਜਿਹਾ ਇਹ ਦਿਮਾਗ ਲਾ ਲੈਂਦੀ ਹੈ, ਮਤਲਬ ਇਹਦੇ ਨਾਲ ਥੋੜ੍ਹੀ ਜਿਹੀ ਐਡਵਾਂਸ ਹੈ। ਬਟ ਤੁਹਾਨੂੰ ਮੈਂ ਅੱਜ ਦੱਸ ਦੇਵਾਂ, ਅੱਜ ਕੱਲ੍ਹ ਹੱਬ ਦੀ ਵਰਤੋਂ ਨਹੀਂ ਕੀਤੀ ਜਾਂਦੀ। ਇਹ ਆਊਟਡੇਟਿਡ ਹੋ ਚੁੱਕੀ ਹੈ ਨੈਟਵਰਕ ਡਿਵਾਈਸ, ਅੱਜ ਕੱਲ੍ਹ ਇਹਦੀ ਵਰਤੋਂ ਕੋਈ ਵੀ ਨਹੀਂ ਕਰਦਾਗਾ। ਤਾਂ ਐਕਟਿਵ ਡਿਵਾਈਸ ਕੀ ਹੈ? ਥੋੜ੍ਹੀ ਜਿਹੀ ਇਹ ਤੋਂ ਐਡਵਾਂਸ ਆਪਾਂ ਪੜ੍ਹ ਲੈਂਦੇ ਹਾਂ। ਕਹਿੰਦਾ ਜਿਹੜੀ ਪੈਸਿਵ ਹੱਬ ਹੈ, ਕਹਿੰਦਾ ਆਰ ਦਾ ਕਨੈਕਸ਼ਨ ਪੁਆਇੰਟ ਫॉर ਦਾ ਵਾਇਰਸ ਦੈਟ ਹੈਲਪ ਟੂ ਮੇਕ ਦਾ ਫਿਜ਼ੀਕਲ ਨੈਟਵਰਕ। ਬਸ ਇਹ ਫਿਜ਼ੀਕਲ ਨੈਟਵਰਕ ਬਣਾਉਣ ਦੇ ਕੰਮ ਆਉਂਦੀ ਹੈ। ਇਹਦੇ ਵਿੱਚ ਕੈਪੇਬਿਲਿਟੀ ਨਹੀਂ ਹੁੰਦੀ ਗੀ ਕਾਹਦੇ ਵਾਸਤੇ? ਐਰਰ ਫਾਈਂਡ ਕਰਨ ਵਾਸਤੇ ਕੈਪੇਬਿਲਿਟੀ ਇਹਦੇ ਵਿੱਚ ਨਹੀਂ ਹੁੰਦੀ। ਬਸ ਜਸਟ ਇਹ ਕੀ ਕਰਦੀ ਹੈ? ਸਰਕੂਲੇਟ ਕਰਦੀ ਹੈ ਡਾਟਾ। ਠੀਕ ਹੈ ਜੀ, ਤੇ ਕਿੱਥੇ ਵਰਤੀ ਜਾਂਦੀ ਹੈ? ਲੈਨ ਦੇ ਵਿੱਚ ਵਰਤੀ ਜਾਂਦੀ ਹੈ। ਤੇ ਐਕਟਿਵ ਹੱਬ ਕੀ ਹੁੰਦੀ ਹੈ? ਜਿਹੜੀ ਪੈਸਿਵ ਹੱਬ ਦੇ ਨਾਲੋਂ ਕੀ ਹੈ, ਥੋੜ੍ਹੀ ਜਿਹੀ ਐਡੀਸ਼ਨਲ ਫੀਚਰ ਹੁੰਦੇ ਨੇ, ਤੇ ਇਹ ਡਾਟਾ ਨੂੰ ਮੋਨੀਟਰ ਕਰ ਸਕਦੀ ਹੈ। ਠੀਕ ਹੈ, ਤੇ ਡਾਟਾ ਨੂੰ ਮਤਲਬ ਮੋਨੀਟਰ ਕਰਨ ਦਾ ਮਤਲਬ ਕਿ ਡਾਟਾ ਨੂੰ ਦੇਖ ਸਕਦੀ ਹੈ। ਇਸ ਤੋਂ ਇਲਾਵਾ ਕੋਈ ਚੈੱਕ ਵੀ ਕਰ ਸਕਦੀ ਹੈ, ਡਾਟਾ ਨੂੰ ਡਿਕੋਡ ਕਰ ਸਕਦੀ ਹੈ। ਠੀਕ ਹੈ, ਥੋੜ੍ਹਾ ਬਹੁਤਾ ਮਤਲਬ ਕਿ ਇਹ ਕੰਮ ਕਰ ਸਕਦੀ ਹੈ। ਐਂ ਕਹਿ ਲਓ ਅੰਨਿਆਂ ਚੁਕਾਣਾ ਰਾਜਾ ਹੈ, ਮਤਲਬ ਕਿ ਥੋੜ੍ਹਾ ਜਿਹਾ ਇਹਦਾ ਕੀ ਹੈ? ਦਿਮਾਗ ਹੈਗਾ। ਜਿਹੜੀ ਪੈਸਿਵ ਹੱਬ ਹੈ ਬਿਲਕੁਲ ਹੀ ਦਿਮਾਗ ਹੈ ਨਹੀਂ, ਇਹ ਕੀ ਥੋੜ੍ਹਾ ਜਿਹਾ ਦਿਮਾਗ ਲਾ ਲੈਂਦੀ ਹੈ। ਇਹਨੂੰ ਕਹਿ ਦਿੰਦੇ ਆ ਐਕਟਿਵ ਹੱਬ। ਚਲੋ ਜੀ, ਤੁਸੀਂ ਬਸ ਨਾਮ ਯਾਦ ਰੱਖਣੇ ਨੇ ਪੇਪਰ ਵਾਸਤੇ। ਅੱਗੇ ਗੱਲ ਕਰਦੇ ਹਾਂ ਜੀ ਸਵਿੱਚ। ਸਵਿੱਚ ਐਂ ਕਹਿ ਸਕਦੇ ਹਾਂ ਵੀ ਹੱਬ ਦਾ ਮੋਡੀਫਾਈਡ ਵਰਜ਼ਨ ਹੈ। ਸਵਿੱਚ ਕੀ ਹੁੰਦਾ? ਦੇਖੋ ਸਵਿੱਚ ਤੁਹਾਨੂੰ ਮੈਂ ਦੱਸਦਾ। ਸਵਿੱਚ ਬੇਸਿਕਲੀ ਕੀ ਕਰਦਾ ਹੈ?
ਸਵਿਚ ਆ ਚੀਜ਼ ਹੁੰਦੀ ਹੈ। ਆ ਦੇਖੋ ਇਹ ਅਲੱਗ-ਅਲੱਗ ਪੋਰਟ ਦੇ ਵਿੱਚ ਆਉਂਦਾ ਹੈ, 5 ਪੋਰਟ ਦੇ ਵਿੱਚ, 24 ਚ, 48 ਚ, ਮਤਲਬ ਕਿ ਇਹਦੀ ਕਪੈਸਿਟੀ ਹੈ ਵੀ ਇਹਦੇ ਵਿੱਚ ਕੀ ਹੁੰਦਾ ਹੈ। ਇਹਦੇ ਵਿੱਚ ਮੰਨ ਲਓ ਐਂ ਹੁੰਦਾ ਵੀ ਜਿਹੜਾ ਆਹ ਸਵਿਚ ਹੈਗਾ, ਜਿਹੜੇ ਇਹਦੇ ਪੋਰਟ ਹੁੰਦੇ ਆ, ਪੋਰਟ ਨੂੰ ਕੀ ਕਹਿੰਦੇ ਆ, ਕੰਪਿਊਟਰ। ਮੰਨ ਲਓ ਮੇਰੇ ਕੋਲ 5 ਕੰਪਿਊਟਰ ਹੈ ਤਾਂ ਮੈਂ 5 ਪੋਰਟ ਵਾਲਾ ਲੈ ਲੂੰਗਾ। ਇਹਦੇ ਵਿੱਚ ਇੱਕ ਕੰਪਿਊਟਰ ਜੋੜਤਾ, ਦੂਜਾ ਜੋੜਤਾ, ਤੀਜਾ ਜੋੜਤਾ, ਚੌਥਾ ਜੋੜਤਾ, ਪੰਜਵਾਂ ਜੋੜਤਾ। ਇਹਦਾ ਹੁਣ ਕਾਰਨ ਕੀ ਹੈ, ਅਲੱਗ-ਅਲੱਗ ਪੋਰਟ ਹੋਣ ਦਾ ਕਾਰਨ ਕੀ ਹੈ, ਡਾਟਾ ਦੀ ਸਿਕਿਉਰਿਟੀ ਵੱਧ ਗਈ। ਇਹਦੇ ਵਿੱਚ ਸਾਰਿਆਂ ਨੂੰ ਡਾਟਾ ਸੈਂਡ ਨਹੀਂ ਕਰਦਾ ਗਾ। ਮੰਨ ਲਓ ਪੋਰਟ ਇਹਦੇ ਵਿੱਚ 5 ਪੋਰਟ ਨੇ, ਮੰਨ ਲਓ 1 ਨੰਬਰ, 2 ਨੰਬਰ, 3 ਨੰਬਰ, 4 ਨੰਬਰ ਤੇ 5 ਨੰਬਰ। ਹੁਣ ਡਾਟਾ 1 ਨੰਬਰ ਵਾਲੇ ਨੇ 5 ਨੰਬਰ ਨੂੰ ਸੈਂਡ ਕਰਨਾ ਤਾਂ ਉਹ ਸਿਰਫ ਸਿੱਧਾ ਕਿਹਨੂੰ ਸੈਂਡ ਕਰੂਗਾ, 1 ਨੰਬਰ ਪੋਰਟ ਤੋਂ ਲੈ ਕੇ 5 ਨੰਬਰ ਪੋਰਟ ਵਾਲੇ ਨੂੰ ਡਾਟਾ ਸੈਂਡ ਕਰੂਗਾ। ਹੁਣ ਉਹਦਾ ਕਾਰਨ ਕੀ ਹੈ, ਸਵਿਚ ਕਿਉਂ ਐਂ ਕਰਦਾ, ਸਵਿਚ ਦਾ ਦਿਮਾਗ ਹੈਗਾ। ਸਵਿਚ ਕੀ ਹੈ, ਸਵਿਚ ਦਾ ਦਿਮਾਗ ਹੈਗਾ। ਸਵਿਚ ਕੀ ਕਰਦਾ, ਇੱਕ ਟੇਬਲ ਨੂੰ ਮੇਨਟੇਨ ਕਰਦਾ। ਸਵਿਚ ਕੀ ਕਰਦਾ ਰਾਜੇ, ਇੱਕ ਨਾ ਟੇਬਲ ਮੇਨਟੇਨ ਕਰਦਾ ਜਿਹਨੂੰ ਕਿਹਾ ਜਾਂਦਾ ਕੰਟੈਂਟ ਅਸੈਸਿਬਲ ਮੈਮਰੀ, ਕੈਮ ਟੇਬਲ ਹੁੰਦਾ। ਚਲੋ ਇਹਦੇ ਚੱਕਰ 'ਚ ਨਾ ਪਾਓ ਤਾਂ ਐਸੇ ਵਧੀਆ ਗੱਲ, ਇੰਨਾ ਐਡਵਾਂਸ ਪੜ੍ਹਨ ਦੀ ਜ਼ਰੂਰਤ ਨਹੀਂ ਹੈਗੀ। ਇੱਕ ਕੈਮ ਟੇਬਲ ਹੁੰਦਾ, ਉਹ ਟੇਬਲ ਦੇ ਵਿੱਚ ਕੀ ਕਰਦਾ ਵੀ ਮੰਨ ਲਓ ਜੇ ਪਹਿਲੀ ਵਾਰੀ ਕਮਿਊਨੀਕੇਸ਼ਨ ਹੋਈ ਆ ਵੀ ਕਿਹੜੇ ਪੋਰਟ ਨੇ ਕੀਤੀ ਆ, 1 ਨੰਬਰ ਤੇ 5 ਨੰਬਰ ਨੇ ਕੀਤੀ ਆ, ਅਗਲੀ ਵਾਰੀ ਕਿਹਨੇ ਕੀਤੀ ਆ, 2 ਤੇ 3 ਨੇ ਕੀਤੀ ਆ। ਮਤਲਬ ਕਿ ਇਹ ਕੀ ਕਰ ਲੈਂਦਾ, ਇਹਨਾਂ ਨੂੰ ਜਾਣਨਾ ਸ਼ੁਰੂ ਕਰ ਦਿੰਦਾ ਵੀ 1 ਨੰਬਰ ਪੋਰਟ ਤੇ ਕਿਹੜਾ ਪੀਸੀ ਆ, 5 ਨੰਬਰ ਪੋਰਟ ਤੇ ਕਿਹੜਾ ਪੀਸੀ ਹੈ। ਠੀਕ ਹੈ ਜੀ। ਤੇ ਪੋਰਟ ਦੇ ਹਿਸਾਬ ਦੇ ਨਾਲ ਕੀ ਕਰਦਾ, ਡਾਟਾ ਸੈਂਡ ਕਰਦਾ ਹੈ, ਸਾਰਿਆਂ ਨੂੰ ਸੈਂਡ ਨਹੀਂ ਕਰਦਾ ਇਹ। ਤਾਂ ਆਪਾਂ ਗੱਲ ਕਰ ਲੈਂਦੇ ਹਾਂ ਸਵਿਚ ਹੁੰਦਾ ਕੀ ਆ। ਕਹਿੰਦਾ ਸਵਿਚ ਇਜ਼ ਏ ਨੈਟਵਰਕ ਡਿਵਾਈਸ ਦੈਟ ਕਨੈਕਟ ਅਦਰ ਡਿਵਾਈਸਿਸ ਟੂ ਦਾ ਈਥਰਨੈਟ ਨੈਟਵਰਕ ਥਰੂ ਟਵਿਸਟਡ ਪੇਅਰ ਕੇਬਲ। ਕਹਿਣ ਦਾ ਮਤਲਬ ਕਿ ਇਹ ਇੰਟਰਨੈਟ ਨੂੰ ਜੋੜਦਾ, ਕੰਪਿਊਟਰ ਨੂੰ ਜੋੜਦਾ ਇੰਟਰਨੈਟ ਦੇ ਨਾਲ ਨੈਟਵਰਕ ਕ੍ਰੀਏਟ ਕਰਨ ਵਾਸਤੇ। ਠੀਕ ਹੈ। ਤਾਂ ਜੋੜਨ ਦਾ ਕੰਮ ਕਰਦਾ, ਜਿਵੇਂ ਹੱਬ ਕਰਦੀ ਸੀ ਬਸ ਇਵੇਂ ਜੋੜਨ ਦਾ ਕੰਮ ਕਰਦਾ, ਬਸ ਥੋੜ੍ਹਾ ਜਿਹਾ ਕੀ ਐਡਵਾਂਸ ਹੈ। ਤਾਂ ਇਹਦੇ ਵਿੱਚ ਇੱਕ ਟੈਕਨੀਕ ਵਰਤੀ ਜਾਂਦੀ ਹੈ ਰਾਜੇ, ਪੈਕਟ ਸਵਿਚਿੰਗ। ਪੈਕਟ ਸਵਿਚਿੰਗ ਮਤਲਬ ਹੁੰਦਾ ਵੀ ਜਿਹੜਾ ਡਾਟਾ ਹੁੰਦਾ ਆਪਣਾ ਰਾਜੇ ਕੀ ਹੁੰਦਾ, ਬਿਟਸ ਦੇ ਵਿੱਚ ਹੁੰਦਾ, ਬਿਟਸ ਤੋਂ ਬਾਅਦ ਬਾਈਟਸ ਦੇ ਵਿੱਚ ਹੁੰਦਾ, ਬਾਈਟਸ ਤੋਂ ਬਾਅਦ ਕੀ ਹੈ ਇਹਦੇ ਮਤਲਬ ਕੀ ਹੈ, ਡਾਟਾ ਫਰੇਮ ਬਣਾ ਲੈਂਦੇ ਆਪਾਂ, ਉਸ ਤੋਂ ਬਾਅਦ ਪੈਕਟ ਬਣਾ ਲੈਂਦੇ ਹਾਂ। ਠੀਕ ਹੈ। ਤਾਂ ਪੈਕਟ ਸਵਿਚਿੰਗ ਹੁੰਦਾ ਵੀ ਮੰਨ ਲਓ ਪੈਕਟ ਲੈ ਕੇ ਅੱਗੇ ਫਰਦਰ ਇਹ ਫਾਰਵਰਡ ਕਰਦਾ ਡਾਟਾ ਨੂੰ, ਮਤਲਬ ਫਾਰਵਰਡ ਕਰਦਾ ਪੈਕਟ ਦੀ ਫਾਰਮ ਦੇ ਵਿੱਚ। ਤੇ ਅੱਛਾ ਜੀ, ਇਹ ਸਟੋਰ ਵੀ ਕਰ ਸਕਦਾ, ਅੱਗੇ ਫਾਰਵਰਡ ਵੀ ਕਰ ਸਕਦਾ। ਠੀਕ ਹੈ। ਇਹ ਇਹਦੀ ਮਰਜ਼ੀ ਹੈ। ਇਸ ਤੋਂ ਇਲਾਵਾ ਕੀ ਕਰਦਾ ਇਹ, ਤੁਹਾਨੂੰ ਮੈਂ ਦੱਸਿਆ ਇੱਕ ਟੇਬਲ ਮੇਨਟੇਨ ਕਰਦਾ ਜਿਹਦੇ ਵਿੱਚ ਕੀ ਹੁੰਦੇ, ਇਹਦੇ ਕੋਲੇ ਨੈਟਵਰਕ ਐਡਰੈਸਿਸ ਹੁੰਦੇ ਨੇ ਸਾਰੀਆਂ ਡਿਵਾਈਸਿਸ ਦੇ। ਐਂ ਕਹਿ ਲਓ ਵੀ ਪੋਰਟ ਨੰਬਰ, ਵੀ ਪੋਰਟ ਨੰਬਰ 1 ਤੇ ਕਿਹੜਾ ਏ ਪੀਸੀ ਹੈ, ਪੋਰਟ ਨੰਬਰ 2 ਤੇ ਕਿਹੜਾ ਬੀ ਪੀਸੀ ਹੈ। ਮਤਲਬ ਇਹਨੂੰ ਪਤਾ ਹੁੰਦਾ ਵੀ ਕਿਹੜੇ ਕਿਹੜੇ ਪੋਰਟ ਤੇ ਕਿਹੜਾ ਕਿਹੜਾ ਪੀਸੀ ਹੈਗਾ। ਅੱਗੇ ਹੈਗਾ ਜੀ, ਕਹਿੰਦਾ ਔਨ ਰਿਸੀਵਿੰਗ ਇਹ ਪੈਕਟ, ਜਦੋਂ ਇਹਨੂੰ ਪੈਕਟ ਰਿਸੀਵ ਹੁੰਦਾ ਇਹ ਚੈੱਕ ਕਰਦਾ, ਕੀ ਕਰਦਾ ਵੀ ਜਿਹੜਾ ਪੈਕਟ ਹੁੰਦਾ ਉਹਦੇ ਵਿੱਚ ਕੀ ਹੁੰਦਾ, 2 ਚੀਜ਼ਾਂ ਹੁੰਦੀਆਂ, ਇੱਕ ਤਾਂ ਹੁੰਦਾ ਸੈਂਡਰ ਦਾ ਐਡਰੈਸ, ਇੱਕ ਹੁੰਦਾ ਰਿਸੀਵਰ ਦਾ ਐਡਰੈਸ। ਵੀ ਸੈਂਡਰ ਨੇ ਭੇਜਿਆ ਤੇ ਭੇਜਣਾ ਕਿੱਥੇ, ਰਿਸੀਵਰ ਕੋਲੇ ਭੇਜਣਾ। ਤਾਂ ਇਹਦੇ ਕੋਲੇ ਦੋਨੇ ਪੋਰਟ ਨੰਬਰ ਹੁੰਦੇ ਆ। ਮੰਨ ਲਓ ਵੀ 1 ਨੰਬਰ ਨੇ 5 ਨੰਬਰ ਨੂੰ ਭੇਜਣਾ, ਤਾਂ 1 ਨੰਬਰ ਕੀ ਹੋ ਗਿਆ ਸੈਂਡਰ ਤੇ 5 ਨੰਬਰ ਕੀ ਹੋ ਗਿਆ ਰਿਸੀਵਰ। ਤਾਂ ਇਹ ਚੈੱਕ ਕਰਦਾ ਭਾਈ ਕਿਹਨੂੰ ਭੇਜਣਾ ਤਾਂ ਉਹਨੂੰ ਭੇਜ ਦੂਗਾ। ਤੇ ਇਹ ਫੁੱਲ ਡੁਪਲੈਕਸ ਮੋਡ ਦੇ ਵਿੱਚ ਕੰਮ ਕਰਦਾ। ਠੀਕ ਹੈ। ਕਿਹਦੇ ਵਿੱਚ ਕਰਦਾ, ਫੁੱਲ ਡੁਪਲੈਕਸ ਮੋਡ ਦੇ ਵਿੱਚ ਕੰਮ ਕਰਦਾ। ਬਸ ਇੰਨਾ ਕੁ ਬਹੁਤ ਆ, ਇਹਦੇ ਬਾਰੇ ਇੰਨੀ ਜਾਣਕਾਰੀ ਲੈ ਲਓ, ਤੁਹਾਡਾ ਕੰਮ ਹੋ ਜਾਊਗਾ, ਤੁਹਾਡਾ ਕੋਈ ਵੀ ਕੁਐਸਚਨ ਨਹੀਂ ਮਿਸ ਹੋਊਗਾ। ਅੱਗੇ ਆ ਗਿਆ ਜੀ ਗੱਲ ਰਾਊਟਰ ਦੀ, ਮੋਸਟ ਇੰਪੋਰਟੈਂਟ ਨੈਟਵਰਕ ਡਿਵਾਈਸ, ਜਿਹਦੇ ਵਿੱਚ ਬੱਚਿਆਂ ਨੂੰ ਬਹੁਤ ਕਨਫਿਊਜ਼ਨ ਹੁੰਦੀ ਹੈ ਤੇ ਬੱਚੇ ਗਲਤ ਕਰਕੇ ਹੀ ਆਉਂਦੇ ਆ। ਤਾਂ ਤੁਸੀਂ ਗਲਤ ਨਹੀਂ ਕਰਨਾ। ਰਾਊਟਰ ਕੀ ਕਰਦਾ ਰਾਜੇ, ਆਹ ਗੱਲ ਮੈਂ ਬਾਅਦ 'ਚ ਦੱਸੂਗਾ। ਨੈਟਵਰਕ ਲੇਅਰ ਤੇ ਕੰਮ ਕਰਦਾ, ਇਹਨੂੰ ਛੱਡ ਦਿਓ ਫਿਲਹਾਲ, ਬਾਅਦ 'ਚ ਜਦੋਂ ਐਂਡ ਹੋਊਗਾ ਵੀਡੀਓ ਦਾ ਉਦੋਂ ਸਮਝ ਆਊਗੀ। ਰਾਊਟਰ ਕੀ ਕਰਦਾ ਰਾਜੇ, ਰਾਊਟਰ ਕਰਦਾ 2 ਨੈਟਵਰਕ ਨੂੰ ਜੋੜਦਾ। ਮੰਨ ਲਓ ਕੀ ਹੈ ਕਿ ਮੈਂ ਆਹ ਮੇਰਾ ਘਰ ਹੈ, ਆਹ ਮੇਰਾ ਘਰ ਹੈ, ਇਸ ਘਰ ਦੇ ਵਿੱਚ ਕੀ ਕੀਤਾ, ਮੈਂ 3 ਪੀਸੀ ਜੋੜ ਲਏ, ਚਾਹੇ 1 ਪੀਸੀ ਜੋੜਿਆ, ਚਾਹੇ 2 ਜੋੜੇ, 3 ਜੋੜੇ, ਉਹ ਮੇਰੀ ਮਰਜ਼ੀ ਹੈ। ਮੈਂ 4 ਪੀਸੀ ਜੋੜ ਲਏ, ਇਹ ਕੀ ਬਣ ਗਿਆ, ਮੇਰਾ ਲੋਕਲ ਏਰੀਆ ਨੈਟਵਰਕ ਬਣ ਗਿਆ। ਸਾਡੇ ਗਵਾਂਢੀਆਂ ਦਾ ਘਰ ਸੀ ਜਾਂ ਮੇਰੇ ਦੋਸਤ ਦਾ ਘਰ ਸੀਗਾ, ਉਹਨੇ ਵੀ ਕੀ ਕੀਤਾ, 2 ਪੀਸੀ ਜੋੜੇ ਵੀ ਆ, ਇਹ ਵੀ ਕੀ ਇੱਕ ਲੈਨ ਹੈ। ਠੀਕ ਹੈ। ਬਟ ਅਸੀਂ ਦੋਨੇ ਕੀ ਕਰ ਰਹੇ ਹਾਂ, ਇੱਕੋ ਪ੍ਰੋਟੋਕੋਲ ਤੇ ਕੰਮ ਕਰ ਰਹੇ ਹਾਂ। ਅਸੀਂ ਕੀ ਕਰ ਰਹੇ ਹਾਂ, ਦੋਨੇ TCP ਤੇ ਕੰਮ ਕਰ ਰਹੇ ਹਾਂ, ਟਰਾਂਸਮਿਸ਼ਨ ਕੰਟਰੋਲ ਪ੍ਰੋਟੋਕੋਲ ਤੇ। ਇਹ ਵੀ ਕੀ ਕਰ ਰਿਹਾ, ਟਰਾਂਸਮਿਸ਼ਨ ਕੰਟਰੋਲ ਪ੍ਰੋਟੋਕੋਲ ਤੇ। ਤਾਂ ਸਾਨੂੰ ਦੋਵਾਂ ਨੂੰ ਜੋੜਨ ਵਾਸਤੇ ਜਿਹੜੀ ਡਿਵਾਈਸ ਦੀ ਵਰਤੋਂ ਕਰਨੀ ਪਊਗੀ ਉਹ ਹੋਊਗੀ ਰਾਊਟਰ। ਉਹ ਕੀ ਹੁੰਦੀ ਹੈ, ਰਾਊਟਰ। ਹੁਣ ਯਾਦ ਕੀ ਰੱਖਣਾ ਤੁਸੀਂ, ਪੇਪਰਾਂ ਵਾਸਤੇ ਇੰਨਾ ਯਾਦ ਰੱਖਣਾ ਵੀ 2 ਲੈਨ ਨੂੰ ਜੋੜਨ ਦਾ ਕੰਮ ਕੌਣ ਕਰਦਾ, ਰਾਊਟਰ ਕਰਦਾ। ਬਟ ਕੰਡੀਸ਼ਨ ਇਜ਼ ਦੈਟ ਕਿ ਦੋਨਾਂ ਕੋਲੇ ਕੀ ਹੋਵੇ, ਸੇਮ ਪ੍ਰੋਟੋਕੋਲ ਹੋਣ। ਪ੍ਰੋਟੋਕੋਲ ਦਾ ਮਤਲਬ ਕੀ ਹੁੰਦਾ ਹੈ, ਜਿਹੜੇ ਆਪਾਂ ਪ੍ਰੋਟੋਕੋਲ ਨੂੰ ਮੈਂ ਤੁਹਾਨੂੰ ਕਰਵਾਏ ਹੋਏ ਆ ਸੈੱਟ ਆਫ ਰੂਲ, ਜਿਹਦੇ ਨਾਲ ਜਿਹੜੇ ਰੂਲ ਦੇ ਹਿਸਾਬ ਨਾਲ ਡਾਟਾ ਕੀ ਹੋਊਗਾ, ਸ਼ੇਅਰਿੰਗ ਹੋਊਗੀ ਸੈਂਡਰ ਤੇ ਰਿਸੀਵਰ ਦੇ ਵਿੱਚ। ਠੀਕ ਹੈ ਜੀ। ਤਾਂ ਬਸ ਇੰਨਾ ਕੁ ਯਾਦ ਰੱਖਣਾ, ਤੁਹਾਡਾ ਕੰਮ ਹੋ ਜਾਊਗਾ, ਤੁਹਾਡਾ ਸਾਰੇ ਕੁਐਸਚਨ ਠੀਕ ਹੋ ਜਾਣਗੇ। ਕਹਿੰਦਾ ਰਾਊਟਰ ਇਜ਼ ਏ ਨੈਟਵਰਕ ਲੇਅਰ ਹਾਰਡਵੇਅਰ ਡਿਵਾਈਸ ਦੈਟ ਟਰਾਂਸਮਿਟ ਡਾਟਾ ਫਰੋਮ ਵਨ ਲੈਨ ਟੂ ਅਨਦਰ ਇਫ ਬੋਥ ਦਾ ਸਪੋਰਟ ਦਾ ਸੇਮ ਸੈੱਟ ਆਫ ਪ੍ਰੋਟੋਕੋਲ। ਜੇ ਦੋਨਾਂ ਕੋਲੇ ਸੇਮ ਪ੍ਰੋਟੋਕੋਲ ਹੋਇਆ ਤਾਂ ਕੀ ਕਰ ਲੈਣਗੇ, ਕਮਿਊਨੀਕੇਟ ਕਰ ਲੈਣਗੇ, ਅਦਰਵਾਈਜ਼ ਕਮਿਊਨੀਕੇਟ ਨਹੀਂ ਹੋਊਗੀ। ਅੱਛਾ, ਇੱਕ ਚੀਜ਼ ਹੋਰ ਆਉਂਦੀ ਆ ਤੁਹਾਨੂੰ ਨਾ, ਫੁੱਲ ਫਾਰਮ ਪੁੱਛੀ ਜਾਂਦੀ ਆ ISP ਦੀ, ਜਿਹਨੂੰ ਕਹਿ ਦਿੰਦੇ ਆ ਇੰਟਰਨੈਟ ਸਰਵਿਸ ਪ੍ਰੋਵਾਈਡਰ। ਤਾਂ ਬੇਸਿਕਲੀ ਰਾਊਟਰ ਕੀ ਕਰਦਾ ਹੈ, 2 ਜੇ ਮੰਨ ਲਓ ਜੋੜ ਰਿਹਾ ਲੈਨ ਨੂੰ, ਤਾਂ ਇੱਕ ਇੰਟਰਨੈਟ ਸਰਵਿਸ ਪ੍ਰੋਵਾਈਡਰ ਦਾ ਕੰਮ ਕਰਦਾ ਵੀ ਦੋਨਾਂ ਦੇ ਵਿਚਕਾਰ ਕੀ ਕਰਦਾ, ਕਨੈਕਸ਼ਨ ਬਾਉਂਡ ਕ੍ਰੀਏਟ ਕਰਦਾ। ਓਕੇ ਹੈ ਜੀ। ਕਹਿੰਦਾ ਇਟ ਰਿਸੀਵ ਇਟਸ ਡਾਟਾ ਇਨ ਦੀ ਫਾਰਮ ਆਫ ਪੈਕਟ, ਪੈਕਟ ਦੀ ਫਾਰਮ 'ਚ ਡਾਟਾ ਰਿਸੀਵ ਕਰਦਾ
ठीक है जी। उस तो बाद डेस्टिनेशन का एड्रैस होंदा ਉਹਦੇ ਵਿੱਚ ਤੇ ਸੈਂਟਰ ਦਾ ਐਡਰੈਸ ਹੁੰਦਾ ਕਿ ਫਰਦਰ ਕੀ ਕਰ ਦਿੰਦਾ ਮਤਲਬ ਉਹ 'ਚ ਐਡ ਕਰਕੇ ਨੈਕਸਟ ਭੇਜ ਦਿੰਦਾ ਰਾਊਟਰ। ਤੇ ਰਾਊਟਰ ਨੂੰ ਨਾ ਕਈ ਵਾਰੀ ਕੀ ਕਹਿ ਦਿੰਦੇ ਆ ਰਿਪੀਟਰ ਕਹਿ ਦਿੰਦੇ ਆ। ਹੁਣ ਰਿਪੀਟਰ ਕੀ ਹੁੰਦਾ ਮੈਂ ਅੱਗੇ ਜਾ ਕੇ ਕਰਾਊਂਗਾ। ਰਾਊਟਰ ਕਈ ਵਾਰੀ ਨਾ ਰਿਪੀਟਰ ਦਾ ਕੰਮ ਵੀ ਕਰਦਾ ਹੈ ਠੀਕ ਹੈ। ਤਾਂ ਰਿਪੀਟਰ ਕੀ ਹੁੰਦਾ ਵੀ ਜਿਹੜਾ ਵੀਕ ਸਿਗਨਲ ਨੂੰ ਕੀ ਮੰਨ ਲਓ ਕੋਈ ਸਿਗਨਲ ਆ ਰਿਹਾ ਸੀ ਉਹ ਵੀਕ ਹੋ ਗਿਆ ਡਿਸਟੈਂਸ ਵੱਧ ਹੋਣ ਕਰਕੇ ਰਿਪੀਟਰ ਕੀ ਕਰਦਾ ਉਹਨੂੰ ਸਟਰੋਂਗ ਕਰ ਦਿੰਦਾ। ਬਸ ਰਿਪੀਟਰ ਦਾ ਕੰਮ ਇੰਨਾ ਕੀ ਹੁੰਦਾ। ਸੇਮ ਵੇ ਕੀ ਕਰਦਾ ਰਾਊਟਰ ਮੰਨ ਲਓ ਇੱਥੋਂ ਸਿਗਨਲ ਆ ਰਿਹਾ ਸੀਗਾ ਤਾਂ ਥੋੜਾ ਵੀਕ ਹੋ ਗਿਆ ਅੱਗੇ ਕੀ ਕਰੂਗਾ ਸਟਰੋਂਗ ਕਰਕੇ ਭੇਜ ਦੂਗਾ ਠੀਕ ਹੈ। ਇਹ ਕਈ ਵਾਰੀ ਕੁਐਸਚਨ ਆ ਜਾਂਦਾ ਵੀ ਰਾਊਟਰ ਕਾਹਦਾ ਕੰਮ ਕਰਦਾ ਰਿਪੀਟਰ ਦਾ ਕੰਮ ਵੀ ਕਰਦਾ। ਤਾਂ ਰਾਊਟਰ ਐ ਆ ਹੈਗਾ ਤੁਹਾਡਾ ਆਫਲਾਈਨ ਰਾਊਟਰ ਮਤਲਬ ਆਫਲਾਈਨ ਨਹੀਂ ਕਹਿ ਸਕਦੇ ਮਤਲਬ ਕਿ ਵਾਇਰਡ ਵਾਲਾ ਰਾਊਟਰ ਤੇ ਇਹ ਹੈਗਾ ਵਾਇਰਲੈਸ ਵਾਲਾ ਰਾਊਟਰ ਠੀਕ ਹੈ। ਅੱਜ ਕੱਲ੍ਹ ਵਾਇਰਲੈਸ ਵਾਲੇ ਚੱਲਦੇ ਸਾਰੇ। ਅੱਗੇ ਗੱਲ ਕਰਦੇ ਹਾਂ ਜੀ। ਤੇ ਜਿਹੜਾ ਰਾਊਟਰ ਹੁੰਦਾ ਬਹੁਤ ਇੰਟੈਲੀਜੈਂਟ ਡਿਵਾਈਸ ਹੈਗੀ ਹੈ। ਇਹ ਇੱਕ ਰਾਊਟਿੰਗ ਟੇਬਲ ਮੇਨਟੇਨ ਕਰਦਾ। ਰਾਊਟਿੰਗ ਟੇਬਲ ਦਾ ਮਤਲਬ ਵੀ ਮੰਨ ਲਓ ਦੋ ਲੈਨ ਜੋੜ ਰਿਹਾ ਅਗਰ ਦੋ ਲੈਨ ਨੂੰ ਅਗਰ ਜੋੜ ਰਿਹਾ ਮੰਨ ਲਓ ਇਹਦੇ ਵਿੱਚ ਕੀ ਹੈ ਪੀਸੀ ਨੇ ਵੱਖਰੇ ਵੱਖਰੇ ABCD ਇਹਦੇ ਵਿੱਚ ਪੀਸੀ ਕਿਹੜੇ ਨੇ EF। ਤਾਂ ਮੰਨ ਲਓ ਹੁਣ B ਨੇ ਕੀ ਕਰਨਾ ਹੈ E ਦੇ ਨਾਲ ਕਮਿਊਨੀਕੇਟ ਕਰਨਾ। ਇਹ ਸਾਰਿਆਂ ਨੂੰ ਕਮਿਊਨੀਕੇਟ ਨਹੀਂ ਕਰਾਊਗਾ ਜਿਹੜੇ ਪੀਸੀ ਨੇ ਕਿਹਾ ਉਹਨੂੰ ਹੀ ਕਰਾਊਗਾ। ਜਿਹੜੇ ਪੀਸੀ ਨੇ ਕਿਹਾ ਉਹਨੂੰ ਹੀ ਕਰਾਊਗਾ। ਉਹ ਕਿਵੇਂ ਕਰਦਾ ਇੱਕ ਟੇਬਲ ਮੇਨਟੇਨ ਕਰ ਲੈਂਦਾ ਜਿਹਨੂੰ ਕਿਹਾ ਜਾਂਦਾ ਰਾਊਟਿੰਗ ਟੇਬਲ ਠੀਕ ਹੈ। ਜਾਂ ਆਪਾਂ ਐਂ ਕਹਿ ਸਕਦੇ ਹਾਂ ਕਿ ਇਹ ਰੂਟ ਡਿਸਾਈਡ ਕਰ ਲੈਂਦਾ। ਇਹ ਰੂਟ ਵੀ ਡਿਸਾਈਡ ਕਰਦਾ ਮੰਨ ਲਓ ਦੋ ਕੰਮ ਕਰਦਾ। ਇੱਕ ਤਾਂ ਰੂਟ ਵੀ ਡਿਸਾਈਡ ਕਰਦਾ ਇੱਕ ਮਤਲਬ ਕਿ ਰਾਊਟਿੰਗ ਟੇਬਲ ਦੇ ਵਿੱਚ ਮੇਨਟੇਨ ਵੀ ਕਰਦਾ ਕਿਹੜੀ ਡਿਵਾਈਸ ਨੂੰ ਡਾਟਾ ਸੈਂਡ ਕਰਨਾ ਠੀਕ ਹੈ। ਰੂਟ ਦਾ ਮਤਲਬ ਹੁੰਦਾ ਕਿ ਮੰਨ ਲਓ ਆ ਇੱਕ ਜਗ੍ਹਾ ਹੈਗੀ ਹੈ ਐਂ ਕਹਿ ਲਓ ਵੀ ਆ ਪਟਿਆਲਾ A ਹੈਗਾ ਪਟਿਆਲਾ ਤੇ C ਹੈਗਾ ਚੰਡੀਗੜ੍ਹ। ਆ P ਲਿਖ ਲੈਣਾ ਪਟਿਆਲਾ ਤੋਂ ਚੰਡੀਗੜ੍ਹ ਜਾਣਾ ਮੰਨ ਲਓ ਹੈ ਨਾ ਪਟਿਆਲੇ ਚੰਡੀਗੜ੍ਹ ਜਾਣਾ ਇੱਕ ਰਸਤਾ ਇਹ ਹੈ। ਇੱਕ ਰਸਤਾ ਥੋੜ੍ਹਾ ਜਿਹਾ ਘੁੰਮ ਕੇ ਜਾਣਾ ਪੈਣਾ ਠੀਕ ਹੈ। ਹੁਣ ਉਹ ਚੈੱਕ ਕਰਦਾ ਵੀ ਇੱਥੇ ਟ੍ਰੈਫਿਕ ਅਗਰ ਮੰਨ ਲਓ ਵੱਧ ਆ ਰਿਹਾ ਟ੍ਰੈਫਿਕ ਬਹੁਤ ਜ਼ਿਆਦਾ ਹੋ ਗਿਆ ਜਾਮ ਲੱਗਿਆ ਹੋਇਆ ਤਾਂ ਆਪਾਂ ਕੀ ਕਰਾਂਗੇ ਆਪਾਂ ਆਹ ਰੂਟ ਫੋਲੋ ਕਰ ਲਾਂਗੇ। ਤਾਂ ਸੇਮ ਵੇ ਰਾਊਟਰ ਕੀ ਕਰਦਾ ਚੈੱਕ ਕਰਦਾ ਵੀ ਜੇ ਮਲਟੀਪਲ ਰੂਟ ਹੋਣਗੇ ਵੀ ਕਿਹੜੇ ਰੂਟ ਦੇ ਵਿੱਚ ਮੈਂ ਡਾਟਾ ਸੈਂਡ ਕਰਾਂ। ਤਾਂ ਇਹਨੇ ਕਵਿਕਲੀ ਡਾਟਾ ਸੈਂਡ ਕਰਨਾ ਹੁੰਦਾ ਜਿਹੜਾ ਰੂਟ ਇਹਨੂੰ ਖਾਲੀ ਮਿਲ ਗਿਆ ਇਹਨੇ ਕੀ ਕਰਨਾ ਜਲਦੀ ਕੀ ਕਰ ਦੇਣਾ ਡਾਟਾ ਨੂੰ ਭੇਜ ਦੇਣਾ। ਬਸ ਇਹ ਵੀ ਕੰਮ ਇਹ ਕਰਦਾ ਹੈ। ਤੇ ਰਾਊਟਿੰਗ ਟੇਬਲ ਦੋ ਤਰ੍ਹਾਂ ਦਾ ਹੁੰਦਾ ਸਟੈਟਿਕ ਤੇ ਡਾਇਨਾਮਿਕ। ਇੰਨਾ ਜਾਣ ਦੀ ਜ਼ਰੂਰਤ ਨਹੀਂ ਹੈਗੀ। ਸਟੈਟਿਕ ਹੁੰਦਾ ਫਿਕਸ ਕਿ ਮੈਂ ਰੂਟ ਪਹਿਲਾਂ ਹੀ ਫਿਕਸ ਕਰ ਲਿਆ ਵੀ ਮੈਂ ਪਟਿਆਲੇ ਤੋਂ ਚੰਡੀਗੜ੍ਹ ਜਾਣਾ ਮੈਂ ਤਾਂ ਆਹੀ ਰਸਤੇ ਜਾਊਂਗਾ ਭਾਵੇਂ ਟ੍ਰੈਫਿਕ ਮਿਲੇ ਭਾਵੇਂ ਨਾ ਮਿਲੇ ਠੀਕ ਹੈ। ਜੇ ਮਿਲ ਗਿਆ ਤਾਂ ਕੋਈ ਚੱਕਰ ਨਹੀਂ ਮੈਂ ਵੇਟ ਕਰ ਲੂੰਗਾ ਇਹਨੂੰ ਕਹਿ ਦਿੰਦੇ ਸਟੈਟਿਕ। ਡਾਇਨਾਮਿਕ ਹੁੰਦਾ ਵੀ ਮੈਂ ਜਾ ਰਿਹਾ ਸੀਗਾ ਰਸਤੇ ਦੇ ਵਿੱਚ ਮੈਂ ਦੇਖਿਆ ਟ੍ਰੈਫਿਕ ਹੈਗਾ ਮੈਂ ਕਿਹਾ ਨਹੀਂ ਯਾਰ ਮੇਰਾ ਮੂਡ ਬਦਲ ਗਿਆ ਵੀ ਮੈਂ ਤਾਂ ਫਾਸਟ ਜਾਣਾ ਮੈਨੂੰ ਟਾਈਮ ਲੱਗ ਜੂਗਾ ਮੈਂ ਇੱਥੋਂ ਗੱਡੀ ਘੁਮਾ ਲਈ ਮੈਂ ਇਸ ਰੂਟ ਦੇ ਵਿੱਚ ਆ ਗਿਆ ਇਹਨੂੰ ਕਹਿ ਦਿੰਦੇ ਡਾਇਨਾਮਿਕ। ਡਾਇਨਾਮਿਕ ਹੁੰਦਾ ਵੀ ਕੰਡੀਸ਼ਨ ਨੂੰ ਦੇਖ ਕੇ ਰਨ ਟਾਈਮ ਤੇ ਚੇਂਜ ਕਰਨਾ ਆਪਣਾ ਮਾਈਂਡ ਚੇਂਜ ਕਰਨਾ ਆਪਣੀ ਸਟ੍ਰੈਟਜੀ ਚੇਂਜ ਕਰਨਾ ਠੀਕ ਹੈ ਆਪਣਾ ਤਰੀਕਾ ਚੇਂਜ ਕਰਨਾ ਠੀਕ ਹੈ। ਚਲੋ ਇੰਨੀ ਡਿਟੇਲ 'ਚ ਵੈਸੇ ਨਹੀਂ ਪੜ੍ਹਨਾ ਚਾਹੀਦਾ ਕਿਉਂਕਿ ਆਪਣੇ ਕੋਲ ਹੋਰ ਬਹੁਤ ਸਬਜੈਕਟ ਹੈਗੇ ਪੜ੍ਹਨ ਵਾਸਤੇ ਤਾਂ ਮੈਂ ਜ਼ਿਆਦਾ ਡਿਟੇਲ 'ਚ ਨਹੀਂ ਜਾਊਂਗਾ। ਅੱਗੇ ਚੱਲਦੇ ਹਾਂ ਜੀ ਆਪਾਂ। ਅੱਗੇ ਆ ਗਿਆ ਜੀ ਅਸੈਸ ਪੁਆਇੰਟ ਜਿਹਨੂੰ ਤੁਸੀਂ ਅੱਜ ਕੱਲ੍ਹ ਹੌਟਸਪੌਟ ਵੀ ਕਹਿ ਦਿੰਦੇ ਆ ਠੀਕ ਹੈ। ਤੁਸੀਂ ਕਹਿ ਦਿੰਦੇ ਨਾ ਫਲਾਣੇ ਅਗਰ ਮੰਨ ਲਓ ਤੁਹਾਡਾ ਡਾਟਾ ਖਤਮ ਹੋ ਜਾਂਦਾ ਦੋਸਤ ਨੂੰ ਕਹਿੰਦੇ ਯਾਰ ਆਪਦੀ ਹੌਟਸਪੌਟ ਔਨ ਕਰ ਦੇ ਮੈਂ ਡਾਟਾ ਯੂਜ਼ ਕਰ ਲੂੰਗਾ। ਤਾਂ ਇਹਨੂੰ ਕਹਿ ਦਿੰਦੇ ਆ ਰਾਜੇ ਅਸੈਸ ਪੁਆਇੰਟ ਕਹਿ ਦਿੰਦੇ ਆ ਜਾਂ ਇਹਨੂੰ ਕਹਿ ਦਿੰਦੇ ਆ AP ਜਾਂ ਕਹਿ ਦਿੰਦੇ WAP ਇਹਨੂੰ ਕਹਿ ਦਿੰਦੇ ਆ ਵਾਇਰਲੈਸ ਅਸੈਸ ਪੁਆਇੰਟ ਠੀਕ ਹੈ। ਬੇਸਿਕਲੀ ਹੁੰਦਾ ਕੀ ਆ ਦੇਖੋ ਤੁਹਾਨੂੰ ਮੈਂ ਦਿਖਾ ਦਿੰਦਾ। ਇਹ ਮੰਨ ਲਓ ਜਿਵੇਂ ਆਪਾਂ ਕੋਈ ਆ ਡਿਵਾਈਸ ਰੱਖੀ ਹੋਈ ਆ ਵਾਇਰਲੈਸ ਤਾਂ ਇਹਦੇ ਆਸੇ ਪਾਸੇ ਜਿੰਨਾ ਵੀ ਫਿਜ਼ੀਕਲ ਲੋਕੇਸ਼ਨ ਹੋਊਗੀ ਜਿੱਥੇ ਜਿੱਥੇ ਇਹਦਾ ਰੇਡੀਅਸ ਜਾ ਰਿਹਾ ਹੋਊਗਾ ਉੱਥੇ ਆਪਣੇ ਕੀ ਮਿਲੂਗੀ ਨੈਟ ਦੀ ਰੇਂਜ ਮਿਲ ਜੂਗੀ। ਇਹ ਬੇਸਿਕਲੀ ਡਿਵਾਈਸਿਸ ਨੂੰ ਜੋੜਦੀ ਆ ਬਟ ਥਰੂ ਵਾਇਰਲੈਸ ਵਾਇਰਡ ਥਰੂ ਨਹੀਂ ਜੋੜਦੀ ਵਾਇਰਲੈਸ ਥਰੂ ਜੋੜਦੀ ਹੈ। ਤਾਂ ਕਹਿੰਦਾ ਇਜ਼ ਏ ਨੈਟਵਰਕਿੰਗ ਹਾਰਡਵੇਅਰ ਡਿਵਾਈਸ ਸੱਚ ਐਜ਼ ਏ ਵਾਇਰਲੈਸ ਰਾਊਟਰ ਦੈਟ ਟਰਾਂਸਮਿਟ ਐਂਡ ਰਿਸੀਵ ਡਾਟਾ ਠੀਕ ਹੈ। ਤਾਂ ਆਲਸੋ ਕੈਨ ਸਰਵ ਐਜ਼ ਏ ਬ੍ਰਿਜ ਬਿਟਵੀਨ ਦਾ ਵਾਇਰਲੈਸ ਡਿਵਾਈਸ ਐਂਡ ਵਾਇਰਡ ਲੈਨ। ਕਹਿਣ ਦਾ ਮਤਲਬ ਕੀ ਆ ਪੰਜਾਬੀ ਸਮਝਾ ਦਿੰਦਾ। ਕਹਿੰਦਾ ਦੋ ਵਾਇਰਲੈਸ ਡਿਵਾਈਸ ਨੂੰ ਵੀ ਜੋੜ ਸਕਦੀ ਹੈ ਮੰਨ ਲਓ ਦੋ ਮੋਬਾਈਲ ਹੈ ਇਹਨਾਂ ਨੂੰ ਵੀ ਜੋੜ ਸਕਦੀ ਹੈ। ਮੰਨ ਲਓ ਇੱਕ ਲੈਨ ਸੀਗਾ ਇਹ ਵਾਇਰਡ ਲੈਨ ਹੈ ਤੇ ਇੱਕ ਵਾਇਰਲੈਸ ਡਿਵਾਈਸ ਹੈ ਦੋਵਾਂ ਨੂੰ ਵੀ ਜੋੜ ਸਕਦੀ ਹੈ। ਤਾਂ ਕਿਸੇ ਨੂੰ ਵੀ ਜੋੜ ਸਕਦੀ ਹੈ ਮਤਲਬ ਕਿ ਇਹ ਕੰਮ ਕਰਦੀ ਹੈ ਅਸੈਸ ਪੁਆਇੰਟ ਦਾ ਕੰਮ ਕਰਦੀ ਹੈ। ਕਈ ਵਾਰੀ ਆਪਾਂ ਕੀ ਕਹਿ ਦਿੰਦੇ ਇਹਨੂੰ ਹੌਟਸਪੌਟ ਵੀ ਕਹਿ ਦਿੰਦੇ ਆ ਠੀਕ ਹੈ। ਇਹ ਟਰਾਂਸਮਿਟਰ ਦਾ ਕੰਮ ਵੀ ਕਰਦੀ ਹੈ। ਤਾਂ ਇਹ ਹੈਗਾ ਬਸ ਇਹਦੀ ਫੁੱਲ ਫਾਰਮ ਯਾਦ ਰੱਖ ਲਿਓ WAP ਕਈ ਵਾਰ ਪੁੱਛ ਲੈਂਦੇ ਆ ਅਸੈਸ ਪੁਆਇੰਟ। ਅੱਗੇ ਆ ਗਿਆ ਜੀ ਤੁਹਾਡਾ ਰਿਪੀਟਰ। ਦੇਖੋ ਨਾਮ ਤੋਂ ਹੀ ਕਲੀਅਰ ਹੈ ਰਿਪੀਟਰ ਦਾ ਕੰਮ ਕੀ ਹੋਊਗਾ ਜਿਹੜੀ ਗੱਲ ਮੈਂ ਦੱਸਤੀ ਅੱਗੇ ਜਾ ਕੇ ਉਹਨੇ ਰਿਪੀਟ ਕਰਨੀ ਆ। ਤਾਂ ਬੇਸਿਕਲੀ ਇਹ ਐਂਪਲੀਫਾਈ ਕਰਦਾ ਸਿਗਨਲ ਨੂੰ ਜਿਹੜੇ ਸਿਗਨਲ ਵੀਕ ਹੋ ਗਏ ਮੰਨ ਲਓ ਡਿਸਟੈਂਸ ਵੱਧ ਸੀਗੀ। ਹੁਣ ਮੰਨ ਲਓ ਮੈਂ ਕੀ ਆ APC ਤੋਂ BPC ਡਾਟਾ ਭੇਜਣਾ ਹੈ ਤਾਂ ਡਿਸਟੈਂਸ ਜ਼ਿਆਦਾ ਸੀਗੀ ਮੈਨੂੰ ਪਤਾ ਵੀ ਰਸਤੇ ਦੇ ਵਿੱਚ ਕੀ ਹੋ ਜਾਊਗਾ ਡਾਟਾ ਸਿਗਨਲ ਵੀਕ ਹੋ ਜਾਊਗਾ। ਮੈਂ ਇੱਥੇ ਵੀ ਰਿਪੀਟਰ ਲਾਤਾ ਰਿਪੀਟਰ 1 ਲਾਤਾ ਅੱਗੇ ਜਾ ਕੇ ਰਿਪੀਟਰ 2 ਲਾਤਾ। ਤਾਂ ਮੰਨ ਲਓ ਇੱਥੇ ਸਿਗਨਲ ਮੇਰਾ ਜਾ ਰਿਹਾ ਵੀਕ ਹੋ ਗਿਆ ਇਹਨੇ ਕੀ ਕਰ ਦੇਣਾ ਇੱਥੇ ਪੂਰਾ ਸਟਰੋਂਗ ਕਰ ਦੇਣਾ। ਜਦੋਂ ਸਟਰੋਂਗ ਕਰਤਾ ਫਿਰ ਵੀਕ ਹੋ ਗਿਆ ਇਹਨੇ ਫਿਰ ਸਟਰੋਂਗ ਕਰ ਦੇਣਾ ਮਤਲਬ ਕਿ ਡਾਟਾ ਰਸਤੇ ਦੇ ਵਿੱਚ ਕੀ ਹੋਵੇ ਲੋਸਟ ਨਾ ਹੋਵੇ ਕਰਪਟ ਨਾ ਹੋਵੇ ਠੀਕ ਹੈ। ਤਾਂ ਇਹਦੇ ਵਾਸਤੇ ਰਿਪੀਟਰ ਵਰਤੇ ਜਾਂਦੇ ਆ। ਬਸ ਰਿਪੀਟਰ ਦਾ ਕੰਮ ਕੀ ਹੈ ਡਾਟਾ ਨੂੰ ਐਂਪਲੀਫਾਈ ਕਰਨਾ ਵੀਕ ਸਿਗਨਲ ਨੂੰ ਕੀ ਕਰ ਦੂਗਾ ਸਟਰੋਂਗ ਕਰ ਦੂਗਾ ਬਸ। ਤੇ ਤਾਂ ਹੀ ਦੇਖੋ ਰਾਊਟਰ ਨੂੰ ਕੀ ਕਹਿ ਦਿੰਦੇ ਆ ਰਿਪੀਟਰ ਵੀ ਕਹਿ ਦਿੰਦੇ ਆ। ਅੱਗੇ ਗੱਲ ਕਰਦੇ ਆ ਜੀ ਸਭ ਤੋਂ ਮਹੱਤਵਪੂਰਨ ਤੇ ਸਭ ਤੋਂ ਜਿਹਦੇ ਵਿੱਚ ਬੱਚਿਆਂ ਨੂੰ ਕਨਫਿਊਜ਼ਨ ਹੁੰਦੀ ਹੈ। ਹੁਣ ਆਪਾਂ ਗੱਲ ਕਰਦੇ ਹਾਂ ਉਹ ਦੋ ਡਿਵਾਈਸਿਸ ਦੀ ਜਿਹੜੀਆਂ ਕਿ ਡਿਫਰੈਂਟ ਨੈਟਵਰਕ ਦੇ ਵਿੱਚ ਵਰਤੀਆਂ ਜਾਂਦੀਆਂ। ਹੁਣ ਪਿੱਛੇ ਜਿੰਨੀਆਂ ਵੀ ਪੜ੍ਹ ਕੇ ਆਏ ਆਪਾਂ ਉਹ ਮੈਕਸਿਮਮ ਕੀ ਸੀਗੀਆਂ ਸਿੰਗਲ ਦੇ ਵਿੱਚ ਵਰਤੀਆਂ ਜਾਂਦੀਆਂ ਸੀਗੀਆਂ।
ਹੁਣ ਜਿਵੇਂ ਮੰਨ ਲਓ ਲੈਨ ਨੂੰ ਜੋੜਨਾ ਹੈ, ਠੀਕ ਹੈ, ਬਟ ਉਹ ਕੀ ਆ ਕੰਡੀਸ਼ਨ ਕੀ ਸੀਗੀ, ਸੇਮ ਪ੍ਰੋਟੋਕੋਲ, ਤਾਂ ਉਹ ਵਿਦਿਨ ਨੈਟਵਰਕ ਹੀ ਹੋ ਗਿਆ। ਬਟ ਹੁਣ ਜੇ ਮੰਨ ਲਓ ਦੂਜੇ ਨੈਟਵਰਕ ਦੇ ਵਿੱਚ ਜਾਣਾ, ਉਹਦੇ ਵਾਸਤੇ ਦੋ ਡਿਵਾਈਸਿਸ ਹੁੰਦੀਆਂ ਨੇ, ਇੱਕ ਹੁੰਦਾ ਬ੍ਰਿਜ ਤੇ ਇੱਕ ਹੁੰਦਾ ਗੇਟਵੇ। ਹੁਣ ਬ੍ਰਿਜ ਦਾ ਮਤਲਬ ਹੁੰਦਾ ਪੁਲ। ਆ ਬ੍ਰਿਜ ਆਪਾਂ ਕਦੇ ਵਾਸਤੇ ਵਰਤਦੇ ਹਾਂ, ਮੰਨ ਲਓ ਕੀ ਹੈ, ਇੱਕ ਨਦੀ ਸੀਗੀ, ਮੰਨ ਲਓ ਆਹ ਨਦੀ ਵਹਿ ਰਹੀ ਹੈ, ਆਹ ਨਦੀ ਕੀ ਹੈ, ਵਹਿ ਰਹੀ ਹੈ, ਇੱਧਰ ਹੈਗਾ ਮੰਨ ਲਓ ਭਾਈ ਚੰਡੀਗੜ੍ਹ ਹੈ, ਇੱਧਰ ਪਟਿਆਲਾ ਮੰਨ ਲਓ, ਹੈ ਨਾ, ਸੇਮ ਐਗਜ਼ਾਮਪਲ ਲੈ ਲੈਂਦੇ ਹਾਂ। ਤਾਂ ਇਹਨਾਂ ਦੋਵਾਂ ਸ਼ਹਿਰਾਂ ਨੂੰ ਆਪਸ ਵਿੱਚ ਜੋੜਨਾ ਹੈ ਬਈ, ਇਹਨਾਂ ਦਾ ਵਪਾਰ ਚੱਲਦਾ, ਤਾਂ ਇਹਨਾਂ ਵਾਸਤੇ ਕੀ ਕਰਨਾ ਪਊਗਾ, ਇੱਥੇ ਇੱਕ ਬ੍ਰਿਜ ਬਣਾਉਣਾ ਪਊਗਾ, ਤਾਂ ਹੀ ਆਪਾਂ ਕੀ ਕਰਾਂਗੇ, ਇਹਨਾਂ ਦੇ ਵਿੱਚ ਆਪਸ ਵਿੱਚ ਕੀ ਕਰ ਸਕਦੇ ਹਾਂ, ਆਪਾਂ ਕਮਿਊਨੀਕੇਟ ਕਰ ਸਕਦੇ ਹਾਂ, ਆਪਾਂ ਆਪਸ ਵਿੱਚ ਕੀ ਕਰ ਸਕਦੇ ਹਾਂ, ਵਪਾਰ ਕਰ ਸਕਦੇ ਹਾਂ। ਬਸ ਸੇਮ ਵੇ ਕੀ ਹੈ ਰਾਜੇ, ਦੋ ਲੈਨ ਨੇ, ਲੈਨ 1 ਹੈ, ਲੈਨ 2 ਹੈ, ਠੀਕ ਹੈ ਜੀ। ਇਹ ਦੋਵਾਂ ਨੂੰ ਜੋੜਨ ਦਾ ਕੰਮ ਕੌਣ ਕਰਦਾ, ਬ੍ਰਿਜ ਕਰਦਾ। ਬਸ ਬ੍ਰਿਜ ਦਾ ਕੰਮ ਕੀ ਹੁੰਦਾ, ਜਸਟ ਜੋੜਨ ਦਾ ਕੰਮ ਕਰਦਾ। ਇਹ ਐਂ ਹੁੰਦਾ ਵੀ ਛੋਟੇ ਨੈਟਵਰਕ ਨੂੰ, ਸਮੌਲ ਲੈਨ ਨੂੰ ਜੋੜ ਕੇ ਇੱਕ ਵੱਡਾ ਲੈਨ ਬਣਾਉਣਾ, ਹੈ ਨਾ। ਥੋੜ੍ਹਾ ਜਿਹਾ ਲੈਨ ਦਾ ਕੀ ਕਰਨਾ, ਏਰੀਆ ਵਾਈਡ ਕਰ ਦੇਣਾ, ਉਹਦੀ ਕਪੈਸਿਟੀ ਵਾਈਡ ਕਰ ਦੇਣਾ, ਐਂ ਕਹਿ ਲਓ, ਠੀਕ ਹੈ ਜੀ। ਮੰਨ ਲਓ ਉਹਦੇ ਵਿੱਚ 5 PC ਨੇ ਤਾਂ 10 ਕਰਤੇ, 10 ਤੋਂ 15 ਕਰਤੇ, 100 ਕਰਤੇ, ਹੈ ਨਾ। ਮਤਲਬ ਕਹਿਣ ਦਾ ਮਤਲਬ ਕਿ ਉਹਦਾ ਕੀ ਆ, ਕਪੈਸਿਟੀ ਵਧਾਉਣ ਵਾਸਤੇ। ਤਾਂ ਦੋ ਲੈਨ ਨੂੰ ਕੀ ਕਰਦਾ, ਇਹ ਜੋੜਦਾ। ਕੌਣ ਜੋੜਦਾ, ਬ੍ਰਿਜ ਜੋੜਦਾ। ਬਸ ਜੋੜਨ ਦਾ ਕੰਮ ਕਰਦਾ, ਹੋਰ ਕੋਈ ਵੀ ਕੰਮ ਨਹੀਂ ਕਰਦਾ। ਦਿਮਾਗ ਦੇ ਵਿੱਚ ਇਹੀ ਯਾਦ ਰੱਖਣਾ। ਤਾਂ ਕਹਿੰਦਾ ਬ੍ਰਿਜ ਇਜ਼ ਏ ਨੈਟਵਰਕ ਡਿਵਾਈਸ ਦੈਟ ਕਨੈਕਟਸ ਮਲਟੀਪਲ ਲੈਨ ਟੂਗੈਦਰ ਟੂ ਫਾਰਮ ਏ ਲਾਰਜ ਲੈਨ। ਬਸ ਇਹਦਾ ਕੰਮ ਕੀ ਹੁੰਦਾ, ਛੋਟੇ ਨੈਟਵਰਕ ਨੂੰ ਜੋੜ ਕੇ ਇੱਕ ਵੱਡਾ ਨੈਟਵਰਕ ਬਣਾਉਣਾ। ਤਾਂ ਬੇਸਿਕ ਰੋਲ ਆਫ ਦਾ ਬ੍ਰਿਜ ਇਜ਼ ਇਨ ਦਾ ਨੈਟਵਰਕ ਆਰਕੀਟੈਕਚਰ ਇਜ਼ ਦੈਟ, ਕਹਿੰਦਾ ਸਟੋਰਿੰਗ ਐਂਡ ਫਾਰਵਰਡਿੰਗ ਫਰੇਮ। ਤਾਂ ਇਹ ਕੀ ਕਰਦਾ, ਸਟੋਰ ਕਰਦਾ ਫਰੇਮ ਨੂੰ, ਤੇ ਅੱਗੇ ਫਾਰਵਰਡ ਕਰ ਦਿੰਦਾ, ਅਤੇ ਜਿਹਨੂੰ ਭੇਜਣਾ ਉਹਨੂੰ ਭੇਜ ਦਿੰਦਾ ਹੈ। ਬਸ ਇਹਦਾ ਕੰਮ ਇੰਨਾ ਹੀ ਹੈ ਬ੍ਰਿਜ ਦਾ। ਬਸ ਇੱਥੋਂ ਇੰਨਾ ਯਾਦ ਰੱਖ ਲਿਓ। ਅੱਗੇ ਗੱਲ ਕਰਦੇ ਹਾਂ ਜੀ, ਸਭ ਤੋਂ ਮੋਸਟ ਇੰਪੋਰਟੈਂਟ ਹੁੰਦਾ ਜੀ ਗੇਟਵੇ। ਹੁਣ ਗੇਟਵੇ ਕੀ ਹੁੰਦਾ, ਹੁਣ ਆਪਣਾ ਪਿੱਛੇ ਜੇ ਕਰਤਾਰਪੁਰ ਕੋਰੀਡੋਰ ਬਣਿਆ, ਹੈ ਨਾ, ਆਹ ਆਪਣਾ ਇੰਡੀਆ ਹੈ, ਆਹ ਆਪਣਾ ਕੀ ਹੈ, ਇੰਡੀਆ ਹੈ, ਆਹ ਹੈਗਾ ਪਾਕਿਸਤਾਨ, ਜਿੱਥੇ ਗੁਰਦੁਆਰਾ ਸਾਹਿਬ ਹੈ ਕਰਤਾਰਪੁਰ ਸਾਹਿਬ। ਤਾਂ ਉਹਨਾਂ ਨੇ ਕੀ ਕੀਤਾ, ਸੈਂਟਰ ਦੇ ਵਿੱਚ ਇੱਕ ਗੇਟ ਬਣਾਤਾ, ਦੋਨਾਂ ਕੰਟਰੀਆਂ ਦੇ ਵਿੱਚ ਕੀ ਬਣਾਤਾ, ਇੱਕ ਗੇਟ ਬਣਾਤਾ। ਤਾਂ ਕੀ ਨੇ, ਦੋ ਕੰਟਰੀਆਂ ਵੱਖਰੀਆਂ ਨੇ ਨਾ, ਪਾਕਿਸਤਾਨ ਹੈ, ਇੰਡੀਆ। ਇੰਡੀਆ ਦਾ ਪਾਰਟ ਪਾਕਿਸਤਾਨ ਨਹੀਂ ਹੈਗਾ, ਪਾਕਿਸਤਾਨ ਦਾ ਪਾਰਟ ਇੰਡੀਆ ਨਹੀਂ ਹੈਗਾ। ਤਾਂ ਉਹਨਾਂ ਦੇ ਵਿਚਕਾਰ ਕੀ ਹੈ, ਗੇਟ ਹੈ। ਤਾਂ ਗੇਟ 'ਤੇ ਸਿਕਿਉਰਿਟੀ ਹੁੰਦੀ ਹੈ। ਤਾਂ ਸੇਮ ਵੇ ਹੈ, ਮੰਨ ਲਓ ਦੋ ਨੈਟਵਰਕ ਨੇ, ਦੋ ਲੈਨ ਨੇ, ਆ ਵੀ ਇੱਕ ਲੈਨ ਹੈ, ਆ ਵੀ ਇੱਕ ਲੈਨ ਹੈ, ਠੀਕ ਹੈ। ਇਹਨਾਂ ਦੋਵਾਂ ਨੇ ਆਪਸ ਵਿੱਚ ਕਮਿਊਨੀਕੇਟ ਕਰਨਾ, ਬਟ ਇਹ ਪ੍ਰੋਟੋਕੋਲ ਯੂਜ਼ ਕਰ ਰਿਹਾ, ਮੰਨ ਲਓ TCP ਯੂਜ਼ ਕਰ ਰਿਹਾ, ਇਹ OSI ਕਰ ਰਿਹਾ, ਜਾਂ ਕੋਈ ਹੋਰ ਕਰ ਰਿਹਾ। ਤਾਂ ਦੋਨਾਂ ਦਾ ਪ੍ਰੋਟੋਕੋਲ ਕੀ ਨੇ, ਵੱਖਰੇ ਨੇ, ਦੋਨਾਂ ਦੇ ਰੂਲ ਕੀ ਨੇ, ਵੱਖਰੇ ਨੇ, ਬਟ ਇਹਨਾਂ ਨੂੰ ਕੀ ਕਰਨਾ, ਕਨੈਕਟ ਕਰਨਾ। ਤਾਂ ਉਹਦੇ ਵਾਸਤੇ ਕਿਹੜੀ ਡਿਵਾਈਸ ਵਰਤੀ ਜਾਊਗੀ, ਗੇਟਵੇ ਵਰਤੀ ਜਾਊਗੀ। ਮੋਸਟ ਇੰਪੋਰਟੈਂਟ ਪੁਆਇੰਟ ਹੈ ਕਿ ਡਿਸਿਮਿਲਰ ਨੈਟਵਰਕ ਨੂੰ ਜੋੜਨ ਵਾਸਤੇ ਕਿਹੜੀ ਡਿਵਾਈਸ ਦੀ ਵਰਤੋਂ ਕੀਤੀ ਜਾਂਦੀ ਹੈ, ਗੇਟਵੇ ਦੀ ਵਰਤੋਂ ਕੀਤੀ ਜਾਂਦੀ ਹੈ। ਇੰਡੀਆ ਪਾਕਿਸਤਾਨ ਵਾਲੀ ਐਗਜ਼ਾਮਪਲ ਯਾਦ ਰੱਖ ਲਿਓ। ਤਾਂ ਪੜ੍ਹ ਲੈਂਦੇ ਆਪਾਂ, ਕਹਿੰਦਾ ਗੇਟਵੇ ਇਜ਼ ਏ ਨੈਟਵਰਕ ਨੋਡ ਦੈਟ ਫਾਰਮ ਏ ਪੈਸੇਜ ਬਿਟਵੀਨ ਦਾ ਟੂ ਨੈਟਵਰਕ ਆਪਰੇਟਿੰਗ ਵਿਦ ਦਾ ਡਿਫਰੈਂਟ ਟਰਾਂਸਮਿਸ਼ਨ ਪ੍ਰੋਟੋਕੋਲ। ਜਿਹੜੇ ਕਿ ਇਹ ਦੋ ਵੱਖਰੇ ਰੂਲਸ ਤੇ ਕੰਮ ਕਰ ਰਹੇ ਹੋਣਗੇ, ਉਹਨਾਂ ਨੂੰ ਜੋੜਨ ਦਾ ਕੰਮ ਕਰਦਾ। ਇਹ ਕੀ ਹੁੰਦਾ, ਇੱਕ ਤਰ੍ਹਾਂ ਦਾ ਐਂਟਰੀ ਤੇ ਐਗਜ਼ਿਟ ਪੁਆਇੰਟ ਹੈ। ਬਸ ਇਹਦੇ ਵਿੱਚ ਕੀ ਹੈ, ਇੱਥੋਂ ਐਂਟਰੀ ਹੋਈ, ਇੱਥੇ ਕੀ ਹੋ ਗਿਆ, ਆਪਾਂ ਐਗਜ਼ਿਟ ਹੋ ਗਏ। ਬਸ ਆਪਾਂ ਲੰਘਣਾ ਹੀ ਆ ਗੇਟ ਦੇ ਵਿੱਚ, ਤਾਂ ਹੀ ਇਹਦਾ ਨਾਂ ਕੀ ਹੈ, ਗੇਟਵੇ ਹੈ, ਠੀਕ ਹੈ ਜੀ। ਅੱਗੇ ਗੱਲ ਕਰਦੇ ਹਾਂ, ਮੰਨ ਲਓ ਜੇ ਗੇਟਵੇ ਕਦੋਂ ਵਰਤਿਆ ਜਾਊਗਾ, ਜਦੋਂ ਆਪਾਂ ਇੱਕ ਨੈਟਵਰਕ ਤੋਂ ਦੂਜੇ ਨੈਟਵਰਕ ਦੇ ਵਿੱਚ ਜਾਵਾਂਗੇ। ਮੰਨ ਲਓ ਜੇ ਇਹਦੇ ਅੰਦਰ ਹੀ ਡਾਟਾ ਸੈਂਡ ਕਰਨਾ, ਤਾਂ ਗੇਟਵੇ ਦੇ ਵਿੱਚ ਡਾਟਾ ਨਹੀਂ ਜਾਊਗਾ। ਇਹ ਲਾਈਨ ਮੈਂ ਲਿਖੀ ਹੋਈ ਆ, ਤੁਸੀਂ ਪੜ੍ਹ ਸਕਦੇ ਹੋ। ਅੱਗੇ ਗੱਲ ਕਰਦੇ ਹਾਂ ਰਾਜੇ, ਬਸ ਇਹ ਕੰਮ ਕੀ ਆ, ਇਹ ਐਂ ਕਹਿ ਲਓ ਵੀ ਬਿਲਕੁਲ ਰਾਊਟਰ ਵਾਂਗੂ ਕੰਮ ਕਰਦਾ। ਅਤੇ ਰਾਊਟਰ ਕੀ ਕਰਦਾ, ਦੋ ਲੈਨ ਨੂੰ ਜੋੜਦਾ, ਜਿਹਦੇ ਵਿੱਚ ਸੇਮ ਪ੍ਰੋਟੋਕੋਲ ਹੋਵੇ। ਇਹ ਵੀ ਦੋ ਲੈਨ ਨੂੰ ਜੋੜਦਾ, ਬਟ ਜਿਹਦੇ ਵਿੱਚ ਕੀ ਹੋਣ, ਡਿਸਿਮਿਲਰ ਪ੍ਰੋਟੋਕੋਲ ਹੋਣ। ਤਾਂ ਗੇਟਵੇ ਦਾ ਕੰਮ ਕੀ ਹੈ, ਜਸਟ ਡਾਟਾ ਨੂੰ ਪਾਸ ਕਰਨਾ। ਤਾਂ ਡਾਟਾ ਨੇ ਜੇ ਮੰਨ ਲਓ ਇਹਦੇ ਤੋਂ ਇੱਥੇ ਜਾਣਾ ਹੈ, ਤਾਂ ਇਹਦੇ ਥਰੂ ਪਾਸ ਹੋ ਸਕਦਾ, ਹੋਰ ਕੋਈ ਵੀ ਰਸਤਾ ਨਹੀਂ ਹੈਗਾ ਗਾ। ਤਾਂ ਆਈ ਹੋਪ ਇਹ ਸਾਰੀਆਂ ਤੁਹਾਡੀਆਂ ਕੀ ਸੀਗੀਆਂ, ਨੈਟਵਰਕ ਡਿਵਾਈਸਿਸ ਸੀਗੀਆਂ। ਕਈ ਬੱਚਿਆਂ ਨੂੰ ਨਾ ਹੱਬ ਅਤੇ ਸਵਿਚ ਅਤੇ ਬ੍ਰਿਜ ਦੇ ਵਿੱਚ ਥੋੜ੍ਹਾ ਜਿਹਾ, ਰਾਊਟਰ ਦੇ ਵਿੱਚ ਥੋੜ੍ਹਾ ਜਿਹਾ ਕਨਫਿਊਜ਼ਨ ਹੁੰਦੀ ਹੈ। ਤਾਂ ਮੈਂ 2-3 ਪੁਆਇੰਟ ਮੇਨ ਲਿਖਤੇ ਹੈ। ਜਿਹੜੀ ਹੱਬ ਹੁੰਦੀ ਹੈ ਰਾਜੇ, ਹੁਣ ਦੱਸਦਾ ਮੈਂ ਤੁਹਾਨੂੰ 1 ਮਿੰਟ। ਸਭ ਤੋਂ ਜਿਹੜੀ ਮੈਂ ਮਹੱਤਵਪੂਰਨ ਗੱਲ ਦੱਸਣੀ ਸੀਗੀ, ਜਿਹਨਾਂ ਨੇ OSI ਮਾਡਲ ਪੜ੍ਹਿਆ, OSI ਮਾਡਲ ਦੇ ਵਿੱਚ ਕੀ ਹੁੰਦੀਆਂ, ਵੱਖਰੀਆਂ ਲੇਅਰਸ ਹੁੰਦੀਆਂ ਨੇ, 7 ਲੇਅਰ ਹੁੰਦੀਆਂ ਨੇ ਰਾਜੇ ਆਪਣੇ ਕੋਲੇ। ਮੈਂ 1 ਮਿੰਟ ਦਿਖਾਉਣਾ, ਇਹ 7 ਲੇਅਰਸ ਹੁੰਦੀਆਂ ਨੇ ਆਪਣੇ ਕੋਲੇ। ਇਹ ਸਾਰੀਆਂ ਲੇਅਰਸ ਜਿਹੜੀਆਂ ਹੈਗੀਆਂ ਨੇ ਰਾਜੇ OSI ਮਾਡਲ ਦੀਆਂ, ਇਹਦੇ ਵਿੱਚ ਕੀ ਹੁੰਦਾ ਹੈ, ਵੱਖਰਾ ਕੀ ਕੀਤਾ, ਡਿਵਾਈਸ ਵਰਤੀ ਜਾਂਦੀ ਆ, ਵੱਖਰੀ ਕੀ ਕੀਤੀ ਜਾਂਦੀ ਹੈ, ਡਿਵਾਈਸ ਵਰਤੀ ਜਾਂਦੀ ਆ। ਆਪਾਂ ਨੂੰ ਵੈਸੇ ਯਾਦ ਰੱਖਣਾ ਤਾਂ ਰੱਖ ਵੀ ਸਕਦੇ ਆ, ਨਹੀਂ ਰੱਖਣਾ ਤਾਂ ਕੋਈ ਚੱਕਰ ਨਹੀਂ। ਜਿਹੜੀ ਫਿਜ਼ੀਕਲ ਹੁੰਦੀ ਆ, ਫਿਜ਼ੀਕਲ ਦੇ ਵਿੱਚ ਨਾ ਐਕਚੁਅਲ ਬਿਟ ਮੂਵ ਕਰਦੀਆਂ ਨੇ, ਤਾਂ ਇੱਥੇ ਕਿਹਦੀ ਵਰਤੋਂ ਕੀਤੀ ਜਾਂਦੀ ਹੈ, ਤੁਹਾਡੇ ਇੱਥੇ ਥੋੜੀ ਵਰਤੋਂ ਕੀਤੀ ਜਾਂਦੀ ਹੈ ਹੱਬ ਤੇ ਰਿਪੀਟਰ ਦੀ। ਕਿਹਦੀ ਕੀਤੀ ਜਾਂਦੀ ਹੈ, ਹੱਬ ਤੇ ਰਿਪੀਟਰ। ਕਿੱਥੇ ਵਰਤਿਆ ਜਾਂਦਾ ਤੁਹਾਡਾ, ਇਹ ਫਿਜ਼ੀਕਲ 'ਤੇ ਵਰਤਿਆ ਜਾਂਦਾ। ਹੁਣ ਜਿਹੜਾ ਡਾਟਾ ਲਿੰਕ ਲੇਅਰ ਹੁੰਦੀ ਹੈ, ਇੱਥੇ ਕੀ ਡਾਟਾ ਦੇ ਕੀ ਬਣਾਏ ਜਾਂਦੇ ਆ, ਫਰੇਮ ਬਣਾਏ ਜਾਂਦੇ ਆ, ਹੈ ਨਾ। ਤਾਂ ਇੱਥੇ ਕੀ ਦੀ ਵਰਤੋਂ ਕੀਤੀ ਜਾਂਦੀ ਹੈ, ਬ੍ਰਿਜ ਦੀ ਵਰਤੋਂ ਕੀਤੀ ਜਾਂਦੀ ਹੈ, ਜਾਂ ਫਿਰ ਸਵਿਚ ਦੀ ਵਰਤੋਂ ਕੀਤੀ ਜਾਂਦੀ ਹੈ। ਅਤੇ ਅੱਗੇ ਆ ਗਿਆ ਤੁਹਾਡਾ ਨੈਟਵਰਕ ਦੇ ਵਿੱਚ ਬੇਸਿਕਲੀ ਆਪਾਂ ਕਿਹਦੀ ਵਰਤੋਂ ਕਰਦੇ ਹਾਂ ਰਾਜੇ, ਰਾਊਟਰ ਦੀ ਵਰਤੋਂ ਕਰਦੇ ਹਾਂ। ਕਿਉਂਕਿ ਡਿਫਰੈਂਟ ਮਤਲਬ ਸੇਮ ਚਾਹੇ ਨੈਟਵਰਕ ਹੈਗਾ, ਉਹਨੂੰ ਜੋੜਨ ਵਾਸਤੇ ਕੀ ਕਰਦੇ, ਜਿਹੜਾ ਸੇਮ ਪ੍ਰੋਟੋਕੋਲ ਦੀ ਵਰਤੋਂ ਕਰ ਰਿਹਾ, ਨੈਟਵਰਕ ਨੂੰ ਜੋੜਨ ਵਾਸਤੇ ਕਿਹਦੀ ਵਰਤੋਂ ਕਰਦੇ ਹਾਂ, ਆਪਾਂ ਰਾਊਟਰ ਦੀ ਕਰਦੇ ਹਾਂ। ਅਤੇ ਜਿਹੜੇ ਬਚ ਗਏ ਆ, ਹੁਣ ਜਿਹੜੀਆਂ ਲੇਅਰਸ ਬਚ ਗਈਆਂ, ਉੱਥੇ ਕੌਣ ਕੰਮ ਕਰਦਾ, ਗੇਟਵੇ ਕੰਮ ਕਰਦਾ। ਬਸ ਇੰਨਾ ਕੁ ਯਾਦ ਰੱਖ ਲਿਓ। ਅਤੇ ਤਾਂ ਹੀ ਦੇਖੋ ਅੱਗੇ ਜਾ ਕੇ ਜਿਹੜੇ ਮੈਂ ਡਿਫਰੈਂਸ ਕਰਵਾਇਆ ਤੁਹਾਨੂੰ, ਆਹ ਦੇਖੋ ਲਾਸਟ ਦੇ ਵਿੱਚ ਜਿਹੜਾ ਮੈਂ ਤੁਹਾਨੂੰ ਡਿਫਰੈਂਸ ਕਰਵਾਇਆ, ਉਹਦੇ ਵਿੱਚ ਵੀ ਇਹੀ ਚੀਜ਼ ਲਿਖੀ ਹੈ ਮੈਂ।
ਕਈ ਵਾਰੀ ਪੁੱਛ ਲੈਂਦਾ, ਵੈਸੇ ਤਾਂ ਬਹੁਤ ਹਾਈ ਫਾਈ ਲੈਵਲ ਦੇ ਐਗਜ਼ਾਮ 'ਚ ਪੁੱਛਦਾ ਵੀ ਜਿਹੜੀ ਹੱਬ ਹੈਗੀ ਆ ਉਹ ਫਿਜ਼ੀਕਲ ਲੇਅਰ ਦੀ ਡਿਵਾਈਸ ਹੈ, ਸਵਿਚ ਕੀ ਆ ਡਾਟਾ ਦੀ ਵੀ ਆ, ਨੈਟਵਰਕ 'ਤੇ ਵੀ ਵਰਤਿਆ ਜਾਂਦਾ, ਠੀਕ ਹੈ। ਇੱਕ ਨਾ ਸਪੈਸ਼ਲ ਸਵਿਚ ਆਉਂਦਾ, ਨਾਰਮਲ ਸਵਿਚ ਨਹੀਂ, ਇੱਕ L3 ਸਵਿਚ ਆਉਂਦਾ, L3 ਲੇਅਰ ਸਵਿਚ ਆਉਂਦਾ, ਉਹ ਬਿਲਕੁਲ ਮਤਲਬ ਕੰਮ ਕਿਵੇਂ ਕਰਦਾ, ਜਿਵੇਂ ਰਾਊਟਰ ਕੰਮ ਕਰਦਾ, ਠੀਕ ਹੈ। ਸਪੈਸ਼ਲ ਹੁੰਦਾ, ਨਾਰਮਲ ਸਵਿਚ ਦੀ ਗੱਲ ਨਹੀਂ ਹੋ ਰਹੀ। ਅਤੇ ਰਾਊਟਰ ਤਾਂ ਹੈਗਾ ਹੀ ਨੈਟਵਰਕ ਲੇਅਰ ਦੀ ਡਿਵਾਈਸ ਹੈ। ਅੱਛਾ ਜੀ, ਇਹ ਸਿੰਪਲ ਹੱਬ ਕੀ ਕਰਦਾ, ਬਰੋਡਕਾਸਟ ਕਰਦਾ ਬਸ। ਇਹ ਕੀ ਕਰਦਾ, ਮਲਟੀਕਾਸਟ ਕਰਦਾ। ਅਤੇ ਰਾਊਟਰ ਕੀ ਕਰਦਾ, ਮੈਸੇਜ ਨੂੰ ਰੂਟ ਦੇ ਥਰੂ ਫੋਲੋ ਕਰਦਾ, ਮਤਲਬ ਰੂਟ ਦੇ ਥਰੂ ਭੇਜਦਾ। ਇਹ ਬਿਟ ਨੂੰ ਸੈਂਡ ਕਰਦਾ, ਇਹ ਫਰੇਮ ਨੂੰ ਸੈਂਡ ਕਰਦਾ, ਇਹ ਪੈਕਟ ਨੂੰ ਸੈਂਡ ਕਰਦਾ, ਠੀਕ ਹੈ ਜੀ। ਅੱਛਾ, ਇਹ ਕੀ ਕਰਦਾ, ਸੇਮ ਨੈਟਵਰਕ ਦੇ ਵਿੱਚ ਕੰਮ ਕਰਦਾ। ਇਹ ਕੀ ਕਰਦਾ, ਡਿਵਾਈਸ ਨੂੰ ਨੈਟਵਰਕ ਦੇ ਨਾਲ ਜੋੜਦਾ, ਠੀਕ ਹੈ। ਨੈਟਵਰਕ ਤੁਹਾਨੂੰ ਮੈਂ ਦੱਸਿਆ ਸੀ ਨਾ ਕਿ ਲੈਨ ਨੂੰ ਜੋੜਦਾ, ਇਹ ਜੋੜਨ ਦਾ ਕੰਮ ਕਰਦਾ ਸਵਿਚ। ਕੰਪਿਊਟਰ ਨੂੰ ਕੀ ਹੈ, ਨੈਟਵਰਕ ਦੇ ਵਿੱਚ ਜੋੜ ਦੂਗਾ। ਅਤੇ ਇਹ ਕੀ ਕਰਦਾ, ਕਨੈਕਟ ਟੂ ਡਿਫਰੈਂਟ ਨੈਟਵਰਕ, ਬਟ ਕੀ ਹੈ, ਸੇਮ ਪ੍ਰੋਟੋਕੋਲ। ਅਤੇ ਇੱਕ ਹੁੰਦਾ ਰਾਜੇ ਮੈਕ ਐਡਰੈਸ, ਇੱਕ ਹੁੰਦਾ IP ਐਡਰੈਸ, ਉਹ ਚਲੋ ਮੈਂ ਅਗਲੀ ਵਾਰੀ ਕਰਾ ਦੂੰਗਾ। ਇਹ ਮੈਕ ਐਡਰੈਸ ਨਹੀਂ ਸਟੋਰ ਕਰਦਾ, ਇਹ ਸਟੋਰ ਕਰਦਾ, ਇਹ ਸਟੋਰ ਕਰਦਾ। ਇਹ ਆਪਾਂ ਅਗਲੀ ਵੀਡੀਓ ਤੁਹਾਨੂੰ ਕਰ ਦਾਂਗੇ, ਜਿਹਦੇ ਵਿੱਚ IP ਐਡਰੈਸ ਕਰਵਾ ਦਾਂਗੇ। ਤਾਂ ਆਈ ਹੋਪ ਤੁਹਾਨੂੰ ਸਾਰਾ ਕੁਝ ਸਮਝ ਆ ਗਿਆ ਹੋਊਗਾ। ਬਹੁਤ ਵਧੀਆ ਤਰੀਕੇ ਦੇ ਨਾਲ ਸਮਝਾਇਆ ਤੁਹਾਨੂੰ। ਇੱਕ ਕੋਸ਼ਿਸ਼ ਕੀਤੀ ਆ ਵੀ ਤੁਹਾਨੂੰ ਇੱਥੋਂ ਅਗਰ ਕੋਈ ਕੁਐਸਚਨ ਆ ਜਾਂਦਾ ਤੁਸੀਂ ਉਹਨੂੰ ਈਜ਼ੀਲੀ ਅਟੈਂਪਟ ਕਰ ਸਕੋ। ਹੁਣ ਤੁਹਾਨੂੰ ਮੈਂ ਦੱਸਦਾ ਕੁਐਸਚਨ ਆਇਆ ਕੀ ਸੀਗਾ, ਮੈਂ ਇੱਥੇ ਪਾਉਣਾ ਭੁੱਲ ਗਿਆ। ਕੁਐਸਚਨ ਆਇਆ ਸੀਗਾ ਵੀ ਹੇਠ ਲਿਖਿਆਂ ਦੇ ਵਿੱਚੋਂ ਆਇਡੈਂਟੀਫਾਈ ਕਰੋ ਵੀ ਕਿਹੜਾ ਨੈਟਵਰਕ ਡਿਵਾਈਸ ਨਹੀਂ ਹੈਗਾ। ਆਪਸ਼ਨ ਕੀ ਸੀਗੀ, ਪਹਿਲੀ ਸੀਗੀ RJ45, ਤੁਸੀਂ ਆਪਣੇ ਆਪ ਹੀ ਦੱਸ ਦੇਣਾ। ਦੂਜੀ ਸੀਗੀ ਰਾਊਟਰ, ਤੀਜੀ ਸੀਗੀ ਮੋਡਮ, ਚੌਥਾ ਸੀਗਾ ਮੈਕ ਐਡਰੈਸ, ਠੀਕ ਹੈ। ਹੁਣ ਇਹਦੇ ਵਿੱਚੋਂ ਕਿਹੜੀ ਮੈਕ ਐਡਰੈਸ, ਹੁਣ ਇਹਦੇ ਵਿੱਚੋਂ ਕਿਹੜੀ ਡਿਵਾਈਸ ਨਹੀਂ ਹੈਗੀ। RJ45 ਤਾਂ ਡਿਵਾਈਸ ਹੈਗੀ, ਆਪਾਂ ਪੜ੍ਹ ਕੇ ਆਏ ਹਾਂ। ਰਾਊਟਰ ਵੀ ਹੈਗੀ ਆ, ਮੋਡਮ ਵੀ ਹੈਗੀ ਆ। ਜਿਹੜਾ ਮੈਕ ਐਡਰੈਸ ਹੁੰਦਾ ਜਾਂ IP ਐਡਰੈਸ ਹੁੰਦਾ ਰਾਜੇ, ਇਹ ਕੀ ਹੁੰਦਾ, ਮੈਕ ਐਡਰੈਸ ਹੁੰਦਾ ਫਿਜ਼ੀਕਲ ਐਡਰੈਸ, ਠੀਕ ਹੈ। ਅਤੇ ਜਿਹੜਾ IP ਹੁੰਦਾ ਉਹ ਹੁੰਦਾ ਲੌਜੀਕਲ ਐਡਰੈਸ। ਇਹ ਆਪਾਂ ਕਰਵਾ ਦਾਂਗੇ ਤੁਹਾਨੂੰ, ਟੈਨਸ਼ਨ ਨਹੀਂ ਕਰਨੀ ਗੀ, ਇਹ ਵੀ ਕਰਵਾ ਦਾਂਗੇ, ਕੋਈ ਚੱਕਰ ਨਹੀਂ ਹੈਗਾ। ਤਾਂ ਆਈ ਹੋਪ ਤੁਹਾਨੂੰ ਸਾਰਾ ਕੁਝ ਪਸੰਦ ਆ ਗਿਆ ਹੋਊਗਾ। ਜੇ ਪਸੰਦ ਆਇਆ ਹੋਇਆ ਤਾਂ ਭਾਈ ਵੀਡੀਓ ਨੂੰ ਲਾਈਕ ਜ਼ਰੂਰ ਕਰਕੇ ਜਾਇਓ, ਅਤੇ ਵੱਧ ਤੋਂ ਵੱਧ ਦੋਸਤਾਂ ਮਿੱਤਰਾਂ ਨਾਲ ਸ਼ੇਅਰ ਕਰਿਓ, ਕਿਉਂਕਿ ਗੁਰੂ ਨਾਨਕ ਦੇਵ ਜੀ ਕਹਿੰਦੇ ਨੇ ਕਰ ਭਲਾ ਹੋ ਭਲਾ। ਤਾਂ ਸੋਚ ਉੱਚੀ ਰੱਖਿਓ ਤਾਂ ਬਾਬਾ ਮਿਹਰ ਕਰੂਗਾ, ਅਤੇ ਜਲਦੀ ਤੋਂ ਜਲਦੀ ਤੁਹਾਡੀ ਜਿਹੜੀ ਮਿਹਨਤਾਂ ਹੈਗੀਆਂ ਨੇ ਉਹਨਾਂ ਨੂੰ ਸਫਲਤਾ ਬਖਸ਼ੇ, ਅਤੇ ਤੁਸੀਂ ਆਪਣੇ ਮਾਂ-ਬਾਪ ਦੇ ਸੁਪਨੇ ਪੂਰੇ ਕਰ ਸਕਿਓ। ਤਾਂ ਸ਼ੁਕਰੀਆ ਜੀ, ਧੰਨਵਾਦ। ਸਭ ਦਾ ਸਰਬੱਤ ਦਾ ਭਲਾ ਬਾਬਾ ਮਿਹਰ ਕਰੇ।